ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬੀ ਹੈਰੀਟੇਜ ਦੇ ਸੰਪਾਦਕ ਡਾਕਟਰ ਸਤਨਾਮ ਸਿੰਘ ਸੰਧੂ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਰਹੇਗਾ ਕਿ ਸ਼ਹੀਦ ਭਗਤ ਸਿੰਘ ਨੂੰ ਆਖਿਰਕਾਰ ਅੱਤਵਾਦੀ ਗਰਦਾਨਣ ਦੀ ਕੋਸ਼ਿਸ਼ ਕਿਉਂ ਹੋ ਰਹੀ ਹੈ। ਸਵਾਗਤ ਹੈ ਤੁਹਾਡਾ ਸੰਧੂ ਸਾਹਿਬ। ਧੰਨਵਾਦ ਸੁਖਵਿੰਦਰ ਜੀ। ਜਿਸ ਮੁੱਦੇ ਬਾਰੇ ਤੁਸੀਂ ਗੱਲਬਾਤ ਕਰਨ ਲੱਗੇ ਹੋ, ਇਸ ਮੁੱਦੇ ਬਾਰੇ ਅੱਜ ਪੰਜਾਬ 'ਚ ਚਾਰ ਚੁਫੇਰੇ ਚਰਚਾ ਛਿੜੀ ਹੋਈ ਹੈ। ਇਹ ਸਾਰੀ ਚਰਚਾ ਦਾ ਕੇਂਦਰ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਬਿਆਨ ਨੂੰ ਲੈ ਕੇ ਜੋ ਗੱਲਬਾਤ ਸ਼ੁਰੂ ਹੋਈ ਉਸ ਨੂੰ ਮੰਨਿਆ ਜਾਂਦਾ ਹੈ। ਤੇ ਹੁਣ ਜਦੋਂ ਅਸੀਂ ਇੱਕ ਦੋ ਦਿਨਾਂ ਬਾਅਦ ਅੱਜ ਦੇਖ ਰਹੇ ਹਾਂ, ਪੂਰਨ ਤੌਰ ਤੇ ਜਿਹੜੇ ਸਾਡੇ ਗੱਲਬਾਤ ਕਰਨ ਵਾਲੇ ਲੋਕ ਹੈ ਜਾਂ ਸਾਡਾ ਮੀਡੀਆ ਹੈ, ਉਹ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ। ਇੱਕ ਧਿਰ ਲਗਾਤਾਰ ਇਹ ਕੋਸ਼ਿਸ਼ ਕਰ ਰਹੀ ਹੈ, ਇਹ ਕਹਿਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਹੀਦ ਭਗਤ ਸਿੰਘ ਸੀ ਜਿਹੜਾ, ਉਹ ਸਾਡੀ ਆਜ਼ਾਦੀ ਦੀ ਲੜਾਈ ਵਾਲਾ ਸੁਤੰਤਰਤਾ ਸੰਗਰਾਮੀ ਸੀ, ਆਜ਼ਾਦੀ ਦੇ ਘੋਲ ਦਾ ਮੋਹਰੀ ਸੀ। ਦੂਸਰੇ ਪਾਸੇ ਜਿਹੜੇ ਅਕਾਲੀ ਦਲ ਅੰਮ੍ਰਿਤਸਰ, ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਸਾਥੀ ਹੈ, ਉਹ ਨਿਰੰਤਰ ਤੌਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਜਿਹੜਾ ਦਿੱਤਾ ਹੋਇਆ ਬਿਆਨ ਹੈ ਉਸ ਨੂੰ ਪੁਖਤਾ ਕਰਨ ਵੱਲ ਲੱਗੇ ਹੋਏ ਹੈ। ਇਹ ਜਿਹੜੀ ਕੰਟਰੋਵਰਸੀ ਹੈ ਇਹ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਜਿਹੜੀ ਸਾਡੀ ਰਾਜਨੀਤੀ ਦੇ ਅਸਲ ਮੁੱਦੇ ਹੈ, ਜਿਨ੍ਹਾਂ ਮੁੱਦਿਆਂ ਬਾਰੇ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦੋ ਚਾਰ ਹੋ ਰਿਹਾ ਸੀ, ਜਿਨ੍ਹਾਂ ਮੁੱਦਿਆਂ ਕਾਰਨ ਪੰਜਾਬ ਦੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਸਮੱਸਿਆ ਵਿੱਚ ਘਿਰੀ ਨਜ਼ਰ ਆ ਰਹੀ ਸੀ, ਜਿਨ੍ਹਾਂ ਮੁੱਦਿਆਂ ਕਾਰਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਾਂ ਪੰਜਾਬੀਆਂ ਤੇ ਕੇਂਦਰ ਦੇ ਲੋਕਾਂ ਦਾ ਆਪਸ ਵਿੱਚ ਰੌਲਾ ਪੈਣ ਦੀ ਸੰਭਾਵਨਾ ਸੀ, ਉਹ ਮੁੱਦੇ ਕਿਤੇ ਪਿੱਛੇ ਚਲੇ ਗਏ ਤੇ ਇਹ ਇੱਕ ਇਤਿਹਾਸਕ ਨਾਇਕ ਨੂੰ ਲੈ ਕੇ ਜਿਹੜਾ ਮੁੱਦਾ ਹੈ ਇਹ ਫੋਰ ਫਰੰਟ ਤੇ ਆ ਗਿਆ। ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਐਸਾ ਮੁੱਦਾ ਛੇੜ ਬੈਠੇ ਹੈ ਜਿਹਦਾ ਨੇੜਲੇ ਭਵਿੱਖ ਵਿੱਚ ਕੋਈ ਲੌਜੀਕਲ ਹੱਲ ਹੁੰਦਾ ਨਜ਼ਰ ਨਹੀਂ ਆਉਂਦਾ। ਸੁਖਵਿੰਦਰ ਸੰਧੂ ਸਾਹਿਬ, ਸਵਾਲ ਹੁਣ ਇਹ ਉੱਠਦਾ ਕਿ ਆਖਿਰਕਾਰ ਸ਼ਹੀਦ ਭਗਤ ਸਿੰਘ ਦੇ ਪੱਖ ਦੇ ਵਿੱਚ ਜਾਂ ਉਹਨਾਂ ਦੇ ਵਿਰੋਧ ਦੇ ਵਿੱਚ ਜੋ ਕੁਝ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਣਾ ਕਿ ਕੋਈ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਦੇ ਕੋਰਟ ਨੂੰ ਜਿਹੜਾ ਉਹ ਅੱਗੇ ਭੇਜ ਰਿਹਾ ਕਿ ਦੇਖੋ ਉਹ ਕੀ ਕਹਿੰਦੇ ਸੀ। ਮੌਜੂਦਾ ਸਮੇਂ ਜਿਹੜੇ ਸਿੱਖ ਫਿਲਾਸਫਰ ਨੇ ਅਜਮੇਰ ਸਿੰਘ ਹੋਰੀ, ਕੋਈ ਉਹਨਾਂ ਦੇ ਬਾਰੇ ਭੇਜ ਰਿਹਾ ਕਿ ਉਹ ਕੀ ਕਹਿੰਦੇ ਸੀ। ਉਹਨਾਂ ਸਮਿਆਂ ਦੇ ਵਿੱਚ ਡਾਕਟਰ BR ਅੰਬੇਦਕਰ ਬਾਰੇ ਬਹੁਤ ਕੁਝ ਕਿਹਾ ਜਾ ਰਿਹਾ ਹੈ ਜਾਂ ਮਹਾਤਮਾ ਗਾਂਧੀ ਬਾਰੇ ਵੀ ਕਿਹਾ ਜਾ ਰਿਹਾ ਕਿ ਉਹ ਭਗਤ ਸਿੰਘ ਦੇ ਬਾਰੇ ਕੀ ਸੋਚ ਰੱਖਦੇ ਸੀ। ਗੱਲ ਇਹ ਹੈ ਕਿ ਜਦੋਂ ਅਸੀਂ ਹਿਸਟਰੀ ਦੇ ਕਿਸੇ ਨਾਇਕ ਨੂੰ ਜਾਂ ਇਤਿਹਾਸ ਵਿੱਚ ਪਏ ਹੋਏ ਕਿਸੇ ਤੱਥ ਨੂੰ ਦੇਖਦੇ ਹਾਂ ਤਾਂ ਇਸ ਦੇ ਬਾਰੇ ਇੱਕ ਤੋਂ ਵੱਧ ਕਿਸਮ ਦੀਆਂ ਰਾਇਆਂ ਹੋਣੀਆਂ ਸੁਭਾਵਿਕ ਹੈ। ਇੱਕ ਵਿਸ਼ਵ ਪੱਧਰ ਤੇ ਇਤਿਹਾਸਕ ਤੱਥਾਂ ਨੂੰ ਕਿਵੇਂ ਦੇਖਣਾ ਹੈ ਇਸ ਦਾ ਵਿਦਵਾਨ ਹੋਇਆ ਹੈ। ਉਸ ਵਿਦਵਾਨ ਦਾ ਨਾਂ E.H. ਕਾਰ ਹੈ ਤੇ ਵਿਸ਼ਵ ਪ੍ਰਸਿੱਧ ਉਸ ਦੀ ਪੁਸਤਕ ਹੈ ਇਤਿਹਾਸ ਦੇ ਸਿਧਾਂਤ ਬਾਰੇ। ਉਹ ਪੁਸਤਕ ਦਾ ਨਾਂ ਹੈ ਵਟ ਇਜ਼ ਹਿਸਟਰੀ। ਉਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਦੇ ਵਿੱਚ ਵੀ ਉਸ ਦਾ ਤਰਜਮਾ ਕੀਤਾ ਹੋਇਆ ਹੈ। ਉਹ ਇਤਿਹਾਸਕਾਰ ਦੱਸਦਾ ਹੈ ਕਿ ਜਿਹੜੇ ਇਤਿਹਾਸ ਦੇ ਵਿੱਚ ਪਏ ਹੋਏ ਤੱਥ ਹੈ ਉਹ ਨਿਰਜੀਵ ਹੁੰਦੇ ਆ, ਨਿਰਮੂਲ ਹੁੰਦੇ ਆ, ਪਏ ਰਹਿੰਦੇ ਆ। ਉਹਨਾਂ ਤੱਥਾਂ ਨੂੰ ਚੱਕ ਕੇ ਕਦੋਂ ਨਵੇਂ ਅਰਥ ਦੇ ਦਿੱਤੇ ਜਾਣ, ਉਹਨਾਂ ਨੂੰ ਨਵੇਂ ਅਰਥਾਂ ਦੇ ਵਿੱਚ ਉਹਨਾਂ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਉਸ ਨੂੰ ਵਰਤਮਾਨ ਸਮੇਂ ਦੀ ਲੋੜ ਅਨੁਸਾਰ ਵਰਤਿਆ ਜਾਂਦਾ ਹੈ, ਚੱਕਿਆ ਜਾਂਦਾ ਹੈ ਤੇ ਉਸ ਨੂੰ ਫੋਰ ਫਰੰਟ ਤੇ ਲਿਆਇਆ ਜਾਂਦਾ ਹੈ। ਤੁਹਾਡੇ ਯਾਦ ਹੋਣਾ ਹੈ ਕਿ ਜਿਹੜੀ ਬਾਬਰੀ ਮਸਜਿਦ ਸੀ ਉਸ ਦਾ ਮੁੱਦਾ ਜਿਹੜਾ ਕਿੰਨੇ ਸਾਲ ਬੈਕ ਬੈਂਚ ਦੇ ਵਿੱਚ ਪਿਆ ਰਿਹਾ, ਆਜ਼ਾਦੀ ਤੋਂ ਬਾਅਦ ਵੀ ਤੇ ਆਜ਼ਾਦੀ ਤੋਂ ਪਹਿਲਾਂ ਵੀ। ਕਿਸ ਸਮੇਂ ਤੇ ਆ ਕੇ ਕਿਸ ਰਾਜਨੀਤਿਕ ਪਾਰਟੀ ਨੂੰ ਉਸ ਦੀ ਲੋੜ ਸੀ, ਉਹਨੂੰ ਚੱਕ ਕੇ ਫੋਰ ਫਰੰਟ ਤੇ ਲਿਆਂਦਾ ਗਿਆ। ਇਸੇ ਤਰੀਕੇ ਨਾਲ ਹੀ ਹੋਰ ਬਹੁਤ ਸਾਰੇ ਮੁੱਦੇ ਹੈ ਜਿਹੜੇ ਠੰਡੇ ਬਸਤੇ ਦੇ ਵਿੱਚ ਪਏ ਰਹਿੰਦੇ ਹੈ ਤੇ ਕਈ ਵਾਰੀ ਵਰਤਮਾਨ ਰਾਜਨੀਤਿਕ ਲੋੜਾਂ ਕਾਰਨ ਉਹਨਾਂ ਨੂੰ ਚੱਕ ਕੇ ਫੋਰ ਫਰੰਟ ਤੇ ਲਿਆ ਦਿੱਤਾ ਜਾਂਦਾ ਹੈ। ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਵਰਤਮਾਨ ਮੁੱਦਾ ਹੈ, ਪੰਜਾਬ ਦੋ ਕਿਸਮ ਦੇ ਸੰਘਰਸ਼ ਦੇ ਨਾਲ ਜੂਝ ਰਿਹਾ ਹੈ। ਇੱਕ ਪਾਸੇ ਪੰਜਾਬ ਨੂੰ ਦਿੱਲੀ ਦੇ ਨਾਲ ਲੜਾਈ ਲੈਣੀ ਪੈ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਹੱਕਾਂ ਤੇ ਲਗਾਤਾਰ ਕੇਂਦਰੀਕਰਨ ਕਰਨ ਦੀ ਤਲਵਾਰ ਲਟਕ ਰਹੀ ਹੈ। ਕਦੇ ਪੰਜਾਬ ਦੇ ਇਲਾਕਿਆਂ ਨੂੰ ਲੈ ਕੇ, ਕਦੇ ਪੰਜਾਬ ਦੇ ਵਿੱਚ BSP ਦੇ ਵੱਧ ਰਹੇ ਘੇਰੇ ਨੂੰ, BSF ਦੇ ਵੱਧ ਰਹੇ ਘੇਰੇ ਨੂੰ ਲੈ ਕੇ, ਕਦੇ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ, ਕਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੈ ਕੇ। ਇਹ ਬਹੁਤ ਸਾਰੇ ਮੁੱਦੇ ਆ ਜਿਨ੍ਹਾਂ ਬਾਰੇ ਪੰਜਾਬ ਦੇ ਨੇਤਾਵਾਂ ਨੇ ਜਾਂ ਲੀਡਰਾਂ ਨੇ ਜਾਂ ਜਿਨ੍ਹਾਂ ਨੂੰ ਚੁਣਿਆ ਜਾਂਦਾ ਹੈ ਉਹਨਾਂ ਨੇ ਲੜਨਾ ਸੀ। ਦੂਸਰੇ ਪਾਸੇ ਖੇਤਰੀ ਪੱਧਰ ਤੇ ਜੇ ਰਾਜਸੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਸਾਹਮਣੇ ਜਿਹੜੇ ਸਿਰ ਚੁੱਕੀ ਖੜੇ ਮੁੱਦੇ ਸੀ, ਜਿਹੜੇ ਉਹਨਾਂ ਨੇ ਚੋਣਾਂ ਦੇ ਵਿੱਚ ਵਾਅਦੇ ਕੀਤੇ ਸੀ, ਜਿਨ੍ਹਾਂ ਦੇ ਵਿੱਚ ਬਿਜਲੀ ਦਾ ਵਾਅਦਾ ਜਾਂ ਇਸਤਰੀਆਂ ਨੂੰ ਜਿਹੜਾ ਉਹਨਾਂ ਨੇ 1000 ਰੁਪਇਆ ਦੇਣਾ ਸੀ ਉਸ ਦਾ ਵਾਅਦਾ, ਨੌਕਰੀਆਂ ਦਾ ਵਾਅਦਾ, ਹੋਰ ਬਹੁਤ ਸਾਰੇ ਐਸੇ ਵਾਅਦੇ ਹੈ। ਇਸ ਕਰਕੇ ਹੁਣ ਹੋਇਆ ਕਿ ਇੱਕ ਮੁੱਦਾ ਉਹ ਆ ਗਿਆ ਜਿਸ ਦਾ ਸਿੱਧੇ ਤੌਰ ਤੇ ਨਾ ਕੋਈ ਕੇਂਦਰ ਨੂੰ ਨੁਕਸਾਨ ਹੈ ਨਾ ਰਾਜ ਨੂੰ ਨੁਕਸਾਨ ਹੈ। ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹ ਇੱਕ ਦੂਜੇ ਨਾਲ ਜੁਮਲੇਬਾਜ਼ੀ ਕਰਕੇ ਇਤਿਹਾਸਕ ਤੱਥਾਂ ਨੂੰ ਲੈ ਕੇ
ਉਸ ਨਾਲ ਖੇਡ ਲੱਗੀਆਂ ਹੋਈਆਂ। ਇਸ ਖੇਡ ਦੇ ਵਿੱਚੋਂ ਪੰਜਾਬ ਨੂੰ ਕੀ ਮਿਲਣਾ ਹੈ, ਕਿਹੜਾ ਮਸਲਾ ਜਿਹੜਾ ਪੰਜਾਬ ਦਾ ਇਹਦੇ ਨਾਲ ਹੱਲ ਹੋਊਗਾ, ਸਿਵਾਏ ਇਸ ਤੋਂ ਕਿ ਜਿਹੜੇ ਪੰਜਾਬ ਦੇ ਨੇਤਾ ਹੈ ਉਹ ਇੱਕ ਦੂਜੇ ਉੱਪਰ ਚਿੱਕੜ ਸਿੱਟਣ ਲੱਗੇ ਹੋਏ ਹੈ, ਤੇ ਜਿਹੜੀਆਂ ਰਾਸ਼ਟਰੀ ਪੱਧਰ ਦੀਆਂ ਪਾਰਟੀਆਂ ਉਹ ਬੜੀਆਂ ਆਨੰਦ ਦੇ ਵਿੱਚ ਬੈਠੀਆਂ ਹੋਈਆਂ ਕਿ ਪੰਜਾਬ ਦੇ ਅੱਧੇ ਲੋਕ ਇੱਕ ਪਾਸੇ ਹੋ ਗਏ, ਦੂਸਰੇ ਪਾਸੇ ਹੋ ਗਏ। ਉਹ ਆਪਸ ਵਿੱਚ ਹੀ ਲੜੀ ਭਿੜੀ ਜਾਂਦੇ ਆ। ਜਿਹੜੇ ਉਹਨਾਂ ਨੇ ਪੰਜਾਬ ਦੇ ਅਸਲ ਮੁੱਦੇ, ਉੱਜੜ ਰਹੇ ਪੰਜਾਬ ਦੀਆਂ ਗੱਲਾਂ, ਪੰਜਾਬ ਦੇ ਮਤਲਬ ਬੇਵਤਨ ਹੋ ਰਹੇ ਜਵਾਨਾਂ ਦੀਆਂ ਗੱਲਾਂ ਕਰਨੀਆਂ ਸੀ, ਉਹ ਠੰਡੇ ਵਸਤੇ ਵਿੱਚ ਚਲੀਆਂ ਗਈਆਂ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਸ ਕਿਸਮ ਦੇ ਮੁੱਦੇ ਜਿਨ੍ਹਾਂ ਬਾਰੇ ਤਕਰੀਬਨ ਫੈਸਲੇ ਹੋ ਚੁੱਕੇ ਹੈ, ਜਿਨ੍ਹਾਂ ਨੂੰ ਅਸੀਂ ਪ੍ਰਵਾਨ ਕਰ ਚੁੱਕੇ ਹਾਂ, ਜੇ ਕੱਲ ਨੂੰ ਮੰਨ ਲਓ ਕੋਈ ਇਸ ਕਿਸਮ ਦੀ ਗੱਲ, ਇਹਦੇ ਬਾਰੇ ਕੋਈ ਐਫੀਡੇਵਿਟ ਤਾਂ ਦਿੱਤਾ ਹੀ ਨਹੀਂ ਜਾ ਸਕਦਾ। ਜੇ ਇੱਕ ਪਾਸੇ 100 ਲੋਕ ਕਹਿੰਦੇ ਆ ਕਿ ਅਸੀਂ ਸ਼ਹੀਦ ਭਗਤ ਸਿੰਘ ਨੂੰ ਇਹ ਮੰਨਦੇ ਆ, ਦੂਸਰੇ ਪਾਸੇ ਕਹਿੰਦੇ ਅਸੀਂ ਉਹਨਾਂ ਨੂੰ ਇਹ ਮੰਨਦੇ ਆ, ਤਾਂ ਇਸ ਦੇ ਨਾਲ ਕੋਈ ਫੈਸਲਾ ਹੋਣ ਵਾਲਾ ਨਹੀਂ ਹੈ। ਤੁਸੀਂ ਜਾਣਦੇ ਹੋ ਕਿ ਅੱਜ ਵੀ ਬਹੁਤ ਸਾਰੇ ਲੋਕ ਮਹਾਤਮਾ ਗਾਂਧੀ ਨੂੰ ਰਾਸ਼ਟਰਪਿਤਾ ਮੰਨਦੇ ਆ, ਤੇ ਨਾਲ ਹੀ ਨਾਲ ਕੁਝ ਲੋਕ ਐਸੇ ਵੀ ਹੈਗੇ ਜਿਹੜੇ ਨੱਥੂ ਰਾਮ ਗੌਡਸੇ ਨੂੰ ਵੀ ਮਾਨਤਾ ਦੇਣ ਲੱਗੇ ਹੋਏ ਹੈ। ਇਸ ਕਰਕੇ ਇਹ ਐਸੇ ਇਤਿਹਾਸ ਦੇ ਵਿੱਚ ਪਏ ਹੋਏ ਮੁੱਦੇ ਹੁੰਦੇ ਆ ਜਿਨ੍ਹਾਂ ਦਾ ਕੋਈ ਫੌਰੀ ਹੱਲ ਨਹੀਂ ਹੁੰਦਾ। ਇਹ ਸਿਰਫ ਤੇ ਸਿਰਫ ਵਿਚਾਰ ਚਰਚਾ ਦੀ ਪੱਧਰ ਤੇ, ਆਪਸੀ ਖਹਿਬਾਜ਼ੀ ਦੀ ਪੱਧਰ ਤੇ ਇਹਨਾਂ ਨੂੰ ਚੱਕਿਆ ਜਾਂਦਾ ਹੈ, ਤੇ ਇਹਨਾਂ ਨਾਲ ਰਾਜਨੀਤਿਕ ਪਾਰਟੀਆਂ ਨੂੰ ਬਹੁਤ ਫਾਇਦਾ ਹੁੰਦਾ ਹੈ ਕਿਉਂਕਿ ਉਹ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਕਰ ਦਿੰਦੀਆਂ। ਹੁਣ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਬੜੇ ਆਰਾਮ ਨਾਲ ਬਿਆਨ ਦੇ ਰਹੇ ਹੈ ਕਿ ਅਸੀਂ ਇਸ ਮੁੱਦੇ ਦੇ ਨਾਲ ਹੈ, ਅਸੀਂ ਇਸ ਮੁੱਦੇ ਦੇ ਵਿਰੋਧ ਚ ਹੈ। ਅਸਲੀ ਗੱਲਾਂ ਜਿਹੜੀਆਂ ਪੰਜਾਬ ਦੀਆਂ, ਪੰਜਾਬ ਦੇ ਵਿੱਚ ਕਰਪਸ਼ਨ ਕਿੱਥੇ ਹੋਈ, ਕੌਣ ਫੜਿਆ ਗਿਆ, ਕਿਹਨੂੰ ਜੇਲ੍ਹ ਹੋਈ, ਕਿਉਂ ਜੇਲ੍ਹ ਹੋਈ, ਉਹਨਾਂ ਮੁੱਦਿਆਂ ਨੂੰ ਅਸੀਂ ਚਰਚਾ ਚੋਂ ਬਾਹਰ ਕੱਢਤਾ। ਸੁਖਵਿੰਦਰ ਜੀ, ਸੰਧੂ ਸਾਹਿਬ ਇੱਕ ਹੋਰ ਗੱਲ ਹੈ ਕਿ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਜਾਂ ਜਿੰਨੇ ਵੀ ਨਾਇਕ ਹੋਏ ਨੇ ਆਜ਼ਾਦੀ ਦੇ, ਉਹਨਾਂ ਨੂੰ ਲੈ ਕੇ ਚਲੋ ਕਿਤਾਬੀ ਗਿਆਨ ਜਿਹੜਾ ਆ ਉਹਨੂੰ ਲੈ ਕੇ ਕੰਟਰੋਵਰਸੀਆਂ ਵੀ ਖੜੀਆਂ ਹੁੰਦੀਆਂ। ਇੱਕ ਉਹ ਗਿਆਨ ਹੈ ਜਿਹੜਾ ਭਾਵਨਾਤਮਕ ਤੌਰ ਦੇ ਉੱਤੇ ਲੋਕ ਇੱਕ ਦੂਜੇ ਤੋਂ ਸੁਣ ਸੁਣਾ ਕੇ ਆਪਣਾ ਹੀਰੋ ਮੰਨਦੇ ਨੇ। ਦੂਜਾ ਉਹ ਜਿਹੜਾ ਕਿਤਾਬਾਂ ਦੇ ਵਿੱਚ, ਕਿਉਂਕਿ ਜੇ ਕਿਤਾਬਾਂ ਨੂੰ ਪੜ੍ਹਨ ਲੱਗ ਜਾਓ ਤਾਂ ਉੱਥੇ ਵੀ ਕੰਟਰੋਵਰਸੀਆਂ ਸਾਹਮਣੇ ਆ ਜਾਂਦੀਆਂ ਕਿ ਕਿਤੇ ਨਾ ਕਿਤੇ ਭਗਤ ਸਿੰਘ ਨੂੰ ਕੋਈ ਇਹੋ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਤੁਹਾਨੂੰ ਯਾਦ ਹੋਣਾ ਕਿ ਪੰਜਾਬੀ ਯੂਨੀਵਰਸਿਟੀ ਦੇ ਇੱਕ ਛੋਟੇ ਜਿਹੇ ਚੈਪਟਰ ਨੂੰ ਲੈ ਕੇ ਕਾਫੀ ਰੌਲਾ ਪੈ ਗਿਆ ਸੀ। ਦੇਖੋ, ਜਿਹੜੇ ਇਸ ਕਿਸਮ ਦੇ ਕੰਟਰੋਵਰਸ਼ੀਅਲ ਮੁੱਦੇ ਆ, ਜੇ ਅਸੀਂ ਕਿਸੇ ਵਿਅਕਤੀ ਦੇ ਬਿਆਨ ਦੀ ਗੱਲ ਕਰੀਏ ਜਾਂ ਕਿਤਾਬ ਦੇ ਬਿਆਨ ਦੀ ਗੱਲ ਕਰੀਏ, ਦੋਨੇ ਇੱਕ ਸਮਾਨ ਹੀ ਹੁੰਦੇ ਆ। ਕਿਤਾਬ ਵੀ ਕਿਸੇ ਵਿਅਕਤੀ ਦੁਆਰਾ ਲਿਖੀ ਜਾਂਦੀ ਹੈ, ਕਿਤਾਬ ਦੇ ਵਿੱਚ ਵੀ ਤੱਥਾਂ ਨੂੰ ਆਪਣੇ ਤਰੀਕੇ ਨਾਲ ਪਰੋਇਆ ਜਾਂਦਾ ਹੈ, ਉਹਨਾਂ ਤੱਥਾਂ ਦੀ ਵਿਆਖਿਆ ਵੀ ਆਪਣੇ ਤਰੀਕੇ ਨਾਲ ਕੀਤੀ ਜਾਂਦੀ ਹੈ। ਜਿਹੜਾ ਉਹ ਪੰਜਾਬੀ ਯੂਨੀਵਰਸਿਟੀ ਦੇ ਇੱਕ ਪਾਠ ਨੂੰ ਲੈ ਕੇ ਦਿੱਤਾ ਗਿਆ ਬਿਆਨ ਸੀ, ਉਸ ਪਾਠ ਦੀ ਅਸਲੀਅਤ ਇਹ ਹੈ ਕਿ ਉਸ ਪਾਠ ਦੇ ਵਿੱਚ 1984 ਤੋਂ ਬਾਅਦ ਪੰਜਾਬ ਦੀ ਖਾੜਕੂ ਮੂਵਮੈਂਟ ਦੇ ਇਤਿਹਾਸ ਬਾਰੇ ਗੱਲ ਕੀਤੀ ਗਈ ਸੀ। ਬਹੁਤ ਸਾਰੇ ਜਿਹੜੇ ਇਤਿਹਾਸਕਾਰ ਹੈ ਉਹਨਾਂ ਨੇ ਆਪਣੀਆਂ ਪੁਸਤਕਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲਿਖੀਆਂ। ਜਦੋਂ ਕੋਈ ਵਿਆਖਿਆਕਾਰ, ਵਿਦਵਾਨ ਜਾਂ ਰਾਜਨੀਤੀ ਵਿਗਿਆਨੀ ਆਪਣੀ ਗੱਲ ਕਰਦਾ ਹੈ ਤਾਂ ਉਹ ਕੋਸ਼ਿਸ਼ ਕਰਦਾ ਕਿ ਦੋਨੇ ਧਿਰਾਂ ਦੇ ਪੱਖਾਂ ਨੂੰ ਲੈ ਕੇ ਅਸੀਂ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚ ਗਏ। ਤੇ ਉਹ 14 ਸਾਲ ਪੁਰਾਣਾ ਜਿਹੜਾ ਪਾਠ ਹੈ ਉਸ ਨੂੰ ਅੱਜ ਹੀ ਕਿਉਂ ਫੋਰਫਰੰਟ ਤੇ ਲਿਆਂਦਾ ਗਿਆ? ਉਹ ਇੱਕ ਵਿਅਕਤੀ ਦੀ ਨਿੱਜੀ ਰਾਏ ਹੈ। ਉਹ ਨਿੱਜੀ ਰਾਏ ਵੀ ਉਹ ਜਿਹੜੀ ਕਲਾਸਰੂਮ ਦੇ ਵਿੱਚ ਉਹਨੇ ਪੜ੍ਹਾਉਣ ਸਮੇਂ ਦਿੱਤੀ ਗਈ, ਉਹ ਵੀ ਇੱਕ ਕੰਟਰੋਵਰਸੀ ਦਾ ਹਿੱਸਾ ਬਣਿਆ। ਤਕਰੀਬਨ ਉਹਦੇ ਨਾਲ ਮਿਲਦੀ ਜੁਲਦੀ ਗੱਲ ਇਹ ਹੈ। ਇਸ ਬਾਰੇ ਇਹ ਬਿਆਨ ਦਿੱਤਾ ਗਿਆ ਭਗਤ ਸਿੰਘ ਬਾਰੇ। ਹੁਣ ਅਸਲੀਅਤ ਕੀ ਹੈ? ਅਸੀਂ ਇਤਿਹਾਸ ਬਾਰੇ ਕਿੰਨਾ ਜਾਣਦੇ ਹਾਂ? ਜੇ ਅਸੀਂ ਪੰਜਾਬ ਦੇ ਸੁਤੰਤਰਤਾ ਅੰਦੋਲਨ ਨਾਲ ਸੰਬੰਧਿਤ ਪੰਜਾਬੀਆਂ ਦੀ ਕੁਰਬਾਨੀ ਦੀ ਗੱਲ ਕਰੀਏ, ਤੁਸੀਂ ਕਿਸੇ ਵੀ ਪੰਜਾਬ ਦੇ BA ਪਾਸ ਵਿਅਕਤੀ ਨੂੰ ਪੁੱਛ ਲਓ ਕਿ ਉਹ ਕਿੰਨੇ ਪੰਜਾਬ ਦੇ ਜਿਹੜੇ ਦੇਸ਼ ਭਗਤ ਹੈ, ਰਾਜਨੀਤੀ ਨਾਲ 1947 ਦੀ ਵੰਡ ਨਾਲ ਜਾਂ ਦੇਸ਼ ਦੀ ਆਜ਼ਾਦੀ ਨਾਲ ਜੁੜੇ ਹੋਏ ਆ, ਤਾਂ 3 ਨਾਵਾਂ ਤੋਂ ਬਾਅਦ ਜਾ ਕੇ ਬੱਸ ਕਰ ਜਾਂਦਾ ਹੈ, ਜਿਨ੍ਹਾਂ ਚੋਂ ਸਭ ਤੋਂ ਮੋਢੀ ਤੌਰ ਤੇ ਨਾਂ ਸਰਦਾਰ ਭਗਤ ਸਿੰਘ ਦਾ, ਸ਼ਹੀਦ ਊਧਮ ਸਿੰਘ ਤੇ ਕਰਤਾਰ ਸਿੰਘ ਸਰਾਭੇ ਦਾ ਨਾਂ ਲਿਆ ਜਾਂਦਾ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਹੋਰ ਵੀ ਕੰਟਰੋਵਰਸੀ ਰਹੀ। ਇੱਕ ਬਹੁਤ ਵੱਡੇ ਪੰਜਾਬੀ ਦੇ ਵਿਦਵਾਨ ਨੂੰ ਕਿਸੇ ਗਦਰ ਲਹਿਰ ਦੇ ਬੰਦੇ ਬਾਰੇ ਪੁੱਛਿਆ ਗਿਆ, ਉਹਨਾਂ ਨੂੰ ਜਾਣਕਾਰੀ ਨਹੀਂ ਸੀ। ਇਹ 'ਚ ਉਹਨਾਂ ਦਾ ਕੋਈ ਦੋਸ਼ ਨਹੀਂ ਹੈ। ਅਸੀਂ ਸਾਡੀ ਗਦਰ ਲਹਿਰ ਬਾਰੇ ਸਾਡੇ ਸਿਲੇਬਸਾਂ ਦੇ ਵਿੱਚ ਕਿੰਨਾ ਪੜ੍ਹਾਉਣੇ ਆ, ਅਸੀਂ ਬਜਬਜ ਘਾਟ ਦਾ ਜਿਹੜਾ ਸਾਕਾ ਹੈ ਉਹਦੇ ਬਾਰੇ ਕਿੰਨਾ ਕੁ ਜਾਣਦੇ ਆ, ਅਸੀਂ ਸਾਡੇ ਗਦਰੀ ਬਾਬਿਆਂ ਦੀ ਕੀ ਕੁਰਬਾਨੀ ਹੈ ਉਹਨਾਂ ਬਾਰੇ ਸਾਡੇ ਕੋਲੇ ਕਿੰਨੇ ਇਤਿਹਾਸਕ ਤੱਥ ਪਏ ਹੈ, ਸਾਡੇ ਕਾਲੇ ਪਾਣੀ ਦੇ ਵਿੱਚ ਕਿੰਨੇ ਲੋਕਾਂ ਨੇ ਜੇਲ੍ਹਾਂ ਕੱਟੀਆਂ, ਉਹਨਾਂ ਦਾ ਕੀ ਵਿਸਤਾਰ ਅਸੀਂ ਕਿੱਥੇ ਉਹਨਾਂ ਨੂੰ ਦੱਸਦੇ ਹਾਂ, ਕਿੱਥੇ ਉਹਨਾਂ ਦੀਆਂ ਪੰਜਾਬ ਦੇ ਵਿੱਚ ਅਸੀਂ ਯਾਦਗਾਰਾਂ ਸਥਾਪਿਤ ਕਰਕੇ ਇਸ ਤਰੀਕੇ ਨਾਲ ਰੱਖੀਆਂ ਕਿ ਲੋਕਾਂ ਨੂੰ ਉਹਨਾਂ ਬਾਰੇ ਪਤਾ ਲੱਗੇ। ਇਸ ਕਰਕੇ ਅਸੀਂ ਬਹੁਤ ਸਾਰੇ ਸਾਡੇ ਇਤਿਹਾਸਕ ਨਾਇਕਾਂ ਤੋਂ ਕੋਰੇ ਹੋਏ ਪਏ ਆ, ਉਹਨਾਂ ਤੋਂ ਮੂੰਹ ਮੋੜੀ ਬੈਠੇ ਆ। ਜਿਹੜੇ ਸਾਡੇ 1-2 ਨਾਇਕ ਸਾਡੇ ਕੋਲੇ ਵੱਡੇ ਹੈਗੇ ਆ ਰਾਸ਼ਟਰੀ ਪੱਧਰ ਤੇ, ਜਿਨ੍ਹਾਂ ਕਰਕੇ ਪੰਜਾਬ ਨੂੰ, ਪੰਜਾਬੀਅਤ ਨੂੰ ਮਾਣ ਹੈ, ਜੇ ਅਸੀਂ ਉਹਨਾਂ ਨੂੰ ਵੀ ਖੋਰਾ ਲਾਵਾਂਗੇ ਤਾਂ ਉਹ ਠੀਕ ਨਹੀਂ। ਅੱਜ ਭਾਵੇਂ ਕੋਈ ਵੀ ਕੁਝ ਕਹੇ, ਪਰ ਜਿਹੜੀ ਲੋਕ ਮਾਨਸਿਕਤਾ ਉਹ ਇਸ ਗੱਲ ਨੂੰ ਸਵੀਕਾਰ ਕਰੀ ਬੈਠੀ ਹੈ
ਜਦੋਂ ਹੀ ਅਸੀਂ ਬਾਹਰ ਸੜਕ ਤੇ ਨਿਕਲਦੇ ਹਾਂ, ਕਿਸੇ ਕਾਰ ਦੇ ਪਿੱਛੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਲੱਗੀ ਹੁੰਦੀ ਹੈ, ਕਿਸੇ ਕਾਰ ਦੇ ਪਿੱਛੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਹੁੰਦੀ ਹੈ। ਪੰਜਾਬ ਦੀ ਲੋਕ ਮਾਨਸਿਕਤਾ ਨੇ ਦੋ ਵੱਖ-ਵੱਖ ਵਿਚਾਰਾਂ ਵਾਲੇ ਵਿਅਕਤੀਆਂ ਨੂੰ ਆਪਣੇ ਨਾਇਕ ਦੇ ਤੌਰ ਤੇ ਸਵੀਕਾਰ ਕੀਤਾ ਹੋਇਆ ਹੈ। ਭਾਵੇਂ ਇਹਦੇ ਨਾਲ ਸਾਰੇ ਵਿਚਾਰਕ ਮਤਲਬ ਆਪਣੇ ਮਤ ਸਾਂਝਾ ਰੱਖਦੇ ਹੋਣ, ਭਾਵੇਂ ਨਾ ਰੱਖਦੇ ਹੋਣ, ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਅੱਜ ਇਹ ਲੋਕ ਮਾਨਸਿਕਤਾ ਦਾ ਹਿੱਸਾ ਹੈ। ਇਸ ਕਰਕੇ ਇਹਨਾਂ ਬਾਰੇ ਜੇ ਅਸੀਂ ਕੰਟਰੋਵਰਸੀ ਖੜੀ ਕਰਾਂਗੇ, ਇਹਨਾਂ ਬਾਰੇ ਜੇ ਅਸੀਂ ਕਿੰਤੂ ਪਰੰਤੂ ਖੜਾ ਕਰਾਂਗੇ, ਉਸ ਦੇ ਨਾਲ ਪੰਜਾਬ ਲਈ ਘੱਟੋ ਘੱਟ ਪੰਜਾਬ ਦੇ ਵਰਤਮਾਨ ਮੁੱਦਿਆਂ ਲਈ, ਪੰਜਾਬ ਦੀ ਵਰਤਮਾਨ ਰਾਜਨੀਤੀ ਨੂੰ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ, ਸਿਵਾਏ ਆਪਸ ਵਿੱਚ ਭਰਾ ਮਾਰੂ ਜੰਗ ਤੇਜ਼ ਹੋਣ। ਸੁਖਵਿੰਦਰ, ਜਿਹੜੀ ਪੰਜਾਬ ਦੀ ਮਾਨਸਿਕਤਾ ਸੰਧੂ ਸਾਹਿਬ, ਉਹਨੂੰ ਏਦਾਂ ਦੇਖਿਆ ਜਾਂਦਾ ਹੈ ਕਿ ਜਿਹੜੇ ਤਾਂ ਕੌਮ ਦੇ ਲਈ ਆਪਣੀ ਜਾਨ ਦਿੰਦੇ ਨੇ ਉਹਨਾਂ ਨੂੰ ਸ਼ਹੀਦ ਜਿਹੜਾ ਉਹ ਮੰਨਿਆ ਜਾਂਦਾ ਹੈ, ਜਿਹੜੇ ਮੁਲਕ ਲਈ ਜਾਨ ਦਿੰਦੇ ਨੇ ਉਹਦੇ ਪ੍ਰਤੀ ਵੱਖਰੀ ਸੋਚ ਇੱਕ ਰੱਖੀ ਜਾਂਦੀ, ਕਿਉਂਕਿ ਜਦੋਂ ਖਾਲਿਸਤਾਨ ਦਾ ਨਾਮ ਆਉਂਦਾ ਤਾਂ ਫਿਰ ਇਸ ਨੂੰ ਵੱਖੋ ਵੱਖਰੇ ਢੰਗ ਤਰੀਕੇ ਨਾਲ, ਜਿਹੜੇ ਖਾਲਿਸਤਾਨ ਮੰਗਦੇ ਨੇ ਉਹ ਆਪਣੇ ਤਰੀਕੇ ਨਾਲ ਸੋਚਦੇ ਨੇ, ਉਹਨਾਂ ਲਈ ਭਗਤ ਸਿੰਘ ਕੁਝ ਹੋਰ ਹੈ, ਜਿਹੜੇ ਖਾਲਿਸਤਾਨ ਨਹੀਂ ਮੰਗਦੇ ਉਹਨਾਂ ਲਈ ਭਗਤ ਸਿੰਘ ਕੁਝ ਹੋਰ ਹੈ। ਇਹਦਾ ਵੀ ਤਾਂ ਥੋੜਾ ਜਿਹਾ ਮਤਲਬ ਕਿ ਇਸ ਵਖਰੇਵੇਂ ਨੂੰ ਵੀ ਦੂਰ ਕਰਨਾ ਪੈਣਾ ਆ ਕਿ ਕੌਮ ਤੇ ਮੁਲਕ ਦੀ ਗੱਲ ਜਦੋਂ ਤੁਸੀਂ ਤੋਰਦੇ ਹੋ। ਦੇਖੋ, ਕੌਮ ਤੇ ਮੁਲਕ ਦੋ ਅਲੱਗ-ਅਲੱਗ ਚੀਜ਼ਾਂ ਨਹੀਂ ਹੁੰਦੀਆਂ। ਇੱਕ ਮੁਲਕ ਦੇ ਵਿੱਚ ਬਹੁਤ ਸਾਰੀਆਂ ਕੌਮਾਂ ਜਾਂ ਕੌਮੀਅਤਾਂ ਰਲ ਕੇ ਹੀ ਇੱਕ ਮੁਲਕ ਬਣਦਾ ਹੈ। ਪਿਛਲੇ ਦਿਨਾਂ ਦੇ ਵਿੱਚ ਇਸ ਕਿਸਮ ਦੀ ਕੰਟਰੋਵਰਸੀ ਚੱਲੀ। ਚੀਨ ਦੇ ਵਿੱਚੋਂ ਇੱਕ ਬਿਆਨ ਆਇਆ ਕਿ ਹਿੰਦੁਸਤਾਨ ਇੱਕ ਰਾਸ਼ਟਰ ਨਹੀਂ ਹੈ, ਇਹ ਵੱਖ-ਵੱਖ ਛੋਟੀਆਂ-ਛੋਟੀਆਂ ਰਾਸ਼ਟਰੀਅਤਾਂ ਨੂੰ ਮਿਲ ਕੇ ਬਣਿਆ ਹੋਇਆ। ਇਸੇ ਤਰੀਕੇ ਨਾਲ ਜਿਵੇਂ ਅਸੀਂ ਜੇ ਪੰਜਾਬੀ ਸਮਾਜ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਬਹੁ ਵੰਨੀ ਦੇ, ਬਹੁ ਜਾਤੀਆਂ ਦੇ, ਬਹੁ ਧਰਮਾਂ ਦੇ ਲੋਕ ਵਸਦੇ ਆ। ਉਹ ਮਿਲ ਕੇ ਹੀ ਪੰਜਾਬ ਜਾਂ ਪੰਜਾਬੀ ਜਾਂ ਪੰਜਾਬੀਅਤ ਜਾਂ ਪੰਜਾਬੀ ਸੱਭਿਆਚਾਰ ਬਣਦਾ ਹੈ। ਜਿੱਥੋਂ ਤੱਕ ਸਾਡੇ ਨਾਇਕਾਂ ਦੀ ਗੱਲ ਹੈ, ਸਾਡੇ ਇਤਿਹਾਸਕ ਆਈਕਨ ਦੀ ਗੱਲ ਹੈ, ਸਾਡੇ ਸ਼ਹੀਦਾਂ ਦੀ ਗੱਲ ਹੈ, ਤਾਂ ਇਹ ਬਹੁਤ ਲੰਬਾ ਇਤਿਹਾਸ ਹੈ। ਉਹ ਲੋਕ ਜਿਨ੍ਹਾਂ ਨੇ ਮੁਲਕ ਲਈ, ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ, ਉਹ ਸਾਰਿਆਂ ਨੂੰ ਅਸੀਂ ਇਤਿਹਾਸਕ ਦਰਜੇਬੰਦੀ ਦੇ ਵਿੱਚ ਰੱਖਦੇ ਹਾਂ। ਇਹ ਸਿਲਸਿਲਾ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਲੋਕਾਈ ਲਈ, ਜਦੋਂ ਮਾਨਵ ਲਈ, ਜਾਂ ਅਸੀਂ ਕਹਿ ਲਈਏ ਸਮੁੱਚੀ ਮਾਨਵਤਾ ਲਈ ਸਾਡੇ ਜਿਹੜੇ ਪੁਰਾਣੇ ਸੂਰਬੀਰ ਸੀ, ਸਾਡੇ ਗੁਰੂ ਸੀ, ਤੱਤੀਆਂ ਤਵੀਆਂ ਤੇ ਬੈਠੇ, ਸਾਡੇ ਯੋਧੇ ਚਰਖੜੀਆਂ ਤੇ ਚੜੇ, ਜਿਨ੍ਹਾਂ ਨੇ ਆਪਣੇ ਬੰਦ-ਬੰਦ ਕਟਵਾਏ, ਜਿਨ੍ਹਾਂ ਵਿਅਕਤੀਆਂ ਨੇ ਆਪਣੇ ਪੁੱਤਰ ਸ਼ਹੀਦ ਕਰਾਏ, ਆਪਣੇ ਪਿਤਾ ਨੂੰ ਸ਼ਹੀਦ ਕਰਵਾਇਆ, ਖੁਦ ਆਪਣੀ ਕੁਰਬਾਨੀ ਦਿੱਤੀ। ਉਸ ਤੋਂ ਬਾਅਦ ਜਿਹੜੇ ਵੱਖ-ਵੱਖ ਇਸ ਕਿਸਮ ਦੀਆਂ ਜੋ ਸਮੂਹ ਸਮਾਜ ਲਈ ਲੜੀਆਂ ਜਾਣ ਵਾਲੀਆਂ ਜੰਗਾਂ ਤੇ ਯੁੱਧਾਂ ਦੇ ਵਿੱਚ ਜਿਨ੍ਹਾਂ ਨੇ ਆਪਣਾ ਆਪਾ ਵਾਰਿਆ, ਉਹਨਾਂ ਸਾਰਿਆਂ ਨੂੰ ਅਸੀਂ ਦਰਜਾ ਬਦਰਜਾ ਸ਼ਹੀਦ ਦਾ ਦਰਜਾ ਦਿੰਨੇ ਆ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਰਿਹਾ ਕਿ ਸਾਡੀ ਜਿਹੜੀ ਫੁੱਟ ਪਾਊ ਜਾਂ ਸ਼ਹੀਦਾਂ ਨੂੰ ਵੰਡਣ ਦੀ ਰਾਜਨੀਤੀ ਹੈ, ਇਸ ਦੇ ਬੀਜ ਡੈਮੋਕ੍ਰੇਸੀ ਦੇ ਵਿੱਚ, ਕਿਉਂਕਿ ਕਲਸਟਰ ਬਣਾ ਕੇ ਵੋਟਾਂ ਲਈਆਂ ਜਾਂਦੀਆਂ, ਉੱਥੇ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਵਿਸ਼ੇਸ਼ ਜਾਤੀ ਦੇ ਵਿਅਕਤੀ ਨੂੰ ਉਸ ਜਾਤੀ ਨਾਲ ਜੋੜ ਕੇ, ਇੱਥੋਂ ਤੱਕ ਵੀ ਹੋਇਆ, ਤੁਸੀਂ ਇਸ ਗੱਲ ਨੂੰ ਜਾਣਦੇ ਹੋ, ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਅਸੀਂ ਤਾਂ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਈਆਂ ਹੋਈਆਂ ਵੱਖ-ਵੱਖ ਭਗਤਾਂ ਦੀਆਂ ਬਾਣੀਆਂ ਨੂੰ ਵੀ ਵੰਡਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਵੀ ਅਲੱਗ-ਅਲੱਗ ਤੌਰ ਤੇ ਗੁਰੂ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਪਤਾ ਨਹੀਂ ਕਿਉਂ ਅਸੀਂ ਪੂਰੇ ਸਮੁੱਚ ਨਾਲੋਂ ਪੰਜਾਬ ਨੂੰ ਐਜ਼ ਏ ਹੋਲ, ਪੰਜਾਬ ਨੂੰ ਇੱਕ ਸੱਭਿਆਚਾਰਕ ਤੌਰ ਤੇ ਸੰਯੁਕਤ ਰੂਪ ਦੇ ਵਿੱਚ ਲੈਣ ਦੀ ਬਜਾਏ ਅਸੀਂ ਵੰਡਣਾ ਸ਼ੁਰੂ ਕੀਤਾ। ਇਹਦੇ ਨਾਲ ਅਸੀਂ ਆਪਣੀ ਭਾਸ਼ਾ ਪੰਜਾਬੀ ਦੀ ਥਾਂ ਤੇ ਵੱਖਰੀ ਲਿਖਾਉਣੀ ਸ਼ੁਰੂ ਕੀਤੀ। ਤਾਂ ਇਸ ਕਰਕੇ ਜਦੋਂ ਤੁਸੀਂ ਗੱਲ ਕਰਦੇ ਆ ਕੌਮ ਦੀ, ਕੌਮੀਅਤ ਦੀ ਤੇ ਰਾਸ਼ਟਰ ਦੀ, ਇਹ ਸਾਰੇ ਸੰਕਲਪ ਇੱਕ ਦੂਸਰੇ ਨਾਲ ਜੁੜੇ ਹੋਏ ਹੈ। ਨਾਲ ਹੀ ਨਾਲ ਦੂਸਰੀ ਗੱਲ ਹੈ ਕਿ ਵਿਅਕਤੀ ਇਹਨਾਂ ਨੂੰ ਕਿਵੇਂ ਦੇਖਦਾ ਹੈ। ਹੁਣ ਜਦੋਂ ਕੋਈ ਸਿੱਖ ਰਾਸ਼ਟਰ ਦੀ ਗੱਲ ਕਰਦਾ, ਜਦੋਂ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ, ਤਾਂ ਉਹਨਾਂ ਦਾ ਪਰਸਪੈਕਟਿਵ ਅਲੱਗ ਹੈ। ਜਦੋਂ ਸ਼ਹੀਦ ਭਗਤ ਸਿੰਘ ਹੋਣੀ ਰਾਸ਼ਟਰ ਦੀ ਗੱਲ ਕਰਦੇ ਸੀ, ਉਸ ਇਤਿਹਾਸਕ ਸਥਿਤੀ ਦੇ ਵਿੱਚ ਉਹਨਾਂ ਦਾ ਰਾਸ਼ਟਰ ਦਾ ਆਧਾਰ ਹੋਰ ਸੀ। ਇਸ ਕਰਕੇ ਰਾਸ਼ਟਰ ਬਾਰੇ, ਕੌਮ ਬਾਰੇ, ਕੌਮੀਅਤ ਬਾਰੇ, ਪੰਜਾਬ ਦੇ ਵਧੇਰੇ ਹੱਕਾਂ ਬਾਰੇ ਸਮੇਂ-ਸਮੇਂ ਤੇ ਲੋੜ ਅਨੁਸਾਰ ਉਹਦੇ ਅਰਥ ਵੀ ਬਦਲਦੇ ਰਹਿੰਦੇ ਹੈ, ਉਹਦੀ ਵਿਆਖਿਆ ਵੀ ਬਦਲਦੀ ਰਹਿੰਦੀ ਹੈ, ਤੇ ਬਹੁਤ ਕੁਝ ਅਸੀਂ ਲਗਾਤਾਰ ਬਦਲਦੇ ਆ ਰਹੇ ਹਾਂ। ਅਸੀਂ ਸ਼ਹਿਰਾਂ ਦੇ ਨਾਮ ਬਦਲੇ, ਅਸੀਂ ਮੁਸਲਮਾਨ ਵਿਅਕਤੀਆਂ ਦੇ ਨਾਵਾਂ ਤੇ ਰੱਖੇ ਹੋਏ ਕਿੰਨੇ ਹੀ ਸ਼ਹਿਰਾਂ ਦੇ ਪਿਛਲੇ ਦਹਾਕੇ ਵਿੱਚ ਨਾਂ ਜਿਹੜੇ ਉਹ ਤਬਦੀਲ ਕਰਕੇ ਉਹਨਾਂ ਦੇ ਨਵੇਂ ਨਾਂ ਰੱਖਤੇ। ਇਸ ਕਰਕੇ ਸਮੇਂ ਦੇ ਨਾਲ ਨਾਲ ਜਿਵੇਂ ਰਾਜਨੀਤੀ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਲੋਕ ਮਾਨਸਿਕਤਾ ਤਬਦੀਲ ਹੁੰਦੀ ਹੈ, ਤਾਂ ਉਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਲਗਾਤਾਰ ਤਬਦੀਲ ਹੁੰਦੀਆਂ ਰਹਿੰਦੀਆਂ। ਇਸ ਲਈ ਇਹ ਕੋਈ ਐਸੀ ਗੱਲ ਨਹੀਂ ਹੈ ਕਿ ਇੱਕ ਚੀਜ਼ ਦੀ ਇੱਕੋ ਪਰਿਭਾਸ਼ਾ ਕਰਤੀ ਤੇ ਸਦਾ ਉਹੀ ਪਰਿਭਾਸ਼ਾ ਉਹਦੀ ਬਣੀ ਰਹਿਣੀ ਹੈ। ਜਦੋਂ ਇਤਿਹਾਸ ਨੂੰ ਵਿਅਕਤੀ ਵਰਤਮਾਨ ਵਿੱਚ ਖੜਾ ਹੋ ਕੇ ਦੇਖਦਾ ਹੈ, ਤਾਂ ਉਹ ਦੇਖਦਾ ਕਿ ਉਸ ਨੂੰ ਭਵਿੱਖ ਦੇ ਵਿੱਚ ਇਤਿਹਾਸ ਨੂੰ ਕਿਸ ਪ੍ਰਕਾਰ ਵਿਆਖਿਆ ਜਾਣਾ ਮਤਲਬ ਚੰਗਾ ਲੱਗੂਗਾ ਜਾਂ ਉਸ ਦੀਆਂ ਲੋੜਾਂ ਨੂੰ ਪੂਰਤੀ ਕਰੂਗਾ। ਤਾਂ ਹੁਣ ਤੁਸੀਂ ਦੇਖੋਗੇ
ਕਿ ਜਿਹੜੀ ਸਾਡੀ ਨੈਸ਼ਨਲ ਕਾਂਗਰਸ ਸੀ ਉਹ ਦੇਸ਼ ਦੀ ਆਜ਼ਾਦੀ ਵਾਸਤੇ ਬਣੀ ਸੀ। ਹੌਲੀ ਹੌਲੀ ਉਹ ਰਿਡਿਊਸ ਹੋ ਕੇ ਅੱਜ ਜਿਹੜੀ ਕਾਂਗਰਸ ਪਾਰਟੀ ਹੈ ਉਹ ਬਣ ਗਈ। ਇਸੇ ਤਰੀਕੇ ਨਾਲ ਜਿਹੜਾ ਅਕਾਲੀ ਦਲ ਸੀ ਉਹ ਵੀ ਕਿਸ ਪ੍ਰਕਾਰ ਮੋਰਚਿਆਂ ਦੇ ਇਤਿਹਾਸ ਦੇ ਵਿੱਚੋਂ ਨਿਕਲਿਆ ਹੋਇਆ ਅਕਾਲੀ ਦਲ ਸੀ। ਅੱਜ ਉਸੇ ਅਕਾਲੀ ਦਲ ਦੇ ਵਿੱਚੋਂ ਅਕਾਲੀ ਦਲ ਟਕਸਾਲੀ, ਅਕਾਲੀ ਦਲ ਅੰਮ੍ਰਿਤਸਰ ਉਹਦੇ ਵੱਖ-ਵੱਖ ਹਿੱਸੇ ਬਣ ਗਏ। ਇਹ ਹਰ ਇੱਕ ਵਿਅਕਤੀ ਦਾ ਇੱਕੋ ਹੀ ਅਕੀਦੇ ਨੂੰ ਲੈ ਕੇ ਉਹਨੂੰ ਪ੍ਰਭਾਸ਼ਿਤ ਕਰਨ ਦਾ ਅਲੱਗ-ਅਲੱਗ ਨਜ਼ਰੀਆ ਹੈ। ਇਸੇ ਪ੍ਰਕਾਰ ਇੱਕੋ ਹੀ ਵਿਚਾਰ ਨੂੰ ਲੈ ਕੇ ਅਲੱਗ-ਅਲੱਗ ਸੰਪਰਦਾਵਾਂ ਬਣ ਜਾਂਦੀਆਂ। ਤਾਂ ਇਸ ਕਰਕੇ ਮੇਰੀ ਸੋਚ ਇਹ ਹੈ ਕਿ ਜਦੋਂ ਅਸੀਂ ਕੌਮ ਨੂੰ, ਕੌਮੀਅਤ ਨੂੰ ਜਾਂ ਰਾਸ਼ਟਰ ਨੂੰ ਪ੍ਰਭਾਸ਼ਿਤ ਕਰਦੇ ਹਾਂ, ਇਹਦੇ ਬਾਰੇ ਵੀ ਕੋਈ ਇੱਕੋ ਇੱਕ ਪਰਿਭਾਸ਼ਾ ਨਿਸ਼ਚਿਤ ਨਹੀਂ ਕਰ ਸਕਦੇ। ਜਿਹੜੇ ਵੱਖ-ਵੱਖ ਵਿਅਕਤੀ ਹੈ ਉਹ ਸਮੇਂ ਦੀ ਲੋੜ ਅਨੁਸਾਰ, ਆਪਣੀ ਰਾਜਨੀਤਿਕ ਪਾਰਟੀ ਦੀ ਲੋੜ ਅਨੁਸਾਰ ਜਿਹੜੀਆਂ ਪਰਿਭਾਸ਼ਾਵਾਂ ਉਹਨਾਂ ਨੂੰ ਤਬਦੀਲ ਕਰਦੇ ਰਹਿੰਦੇ ਆ। ਸੁਖਵਿੰਦਰ, ਜਦੋਂ ਅਸੀਂ ਗੱਲ ਜੇਲ੍ਹ ਚਿੱਠੀਆਂ ਦੀ ਕਰਦੇ ਆ, ਉਹਨੂੰ ਲੈ ਕੇ ਵੀ ਕਾਫੀ ਚਰਚਾ ਸੋਸ਼ਲ ਮੀਡੀਆ ਤੇ ਜਾਂ ਆਮ ਲੋਕਾਂ 'ਚ ਰਹਿੰਦੀ ਹੈ ਕਿ ਭਗਤ ਸਿੰਘ ਹੋਰੀ ਪਹਿਲਾਂ ਨਾਸਤਕ ਸੀ, ਫਿਰ ਆਸਤਕ ਹੋ ਗਏ, ਆਖਰੀ ਸਮੇਂ ਦੇ ਵਿੱਚ ਭਾਈ ਰਣਧੀਰ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਹੋਣਾ। ਇਹ ਸਾਰੇ ਸਵਾਲ ਮੈਂ ਚਾਹੁੰਦਾ ਕਿ ਤੁਸੀਂ ਥੋੜਾ ਜਿਹਾ ਇਹਨੂੰ ਖੋਲ ਕੇ ਦੱਸਿਓ ਕਿ ਭਗਤ ਸਿੰਘ ਦੀ ਜੇਲ੍ਹ ਚਿੱਠੀਆਂ ਕੀ ਕਹਿੰਦੀਆਂ ਨੇ, ਜਾਂ ਭਗਤ ਸਿੰਘ ਦੀ ਉਸ ਸਮੇਂ ਜਿਹੜੀ ਸੋਚ ਜਿਹੜੀ ਉਹ ਕਿਸ ਤਰ੍ਹਾਂ ਤਬਦੀਲ ਹੋਈ, ਜਾਂ ਉਹ ਕੀ ਸੋਚਦਾ ਸੀ ਮੁਲਕ ਬਾਰੇ ਜਾਂ ਪੰਜਾਬ ਬਾਰੇ, ਉਹਨਾਂ ਦੀ ਸੋਚ ਕੀ ਸੀ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਉਹ ਹਿੰਦੀ ਭਾਸ਼ਾ ਲਾਗੂ ਕਰਨ ਦੇ ਹੱਕ ਵਿੱਚ ਸੀ, ਕਿ ਮੁਲਕ ਦੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਤੇ ਉਹ ਜਿਹੜਾ ਹੈ ਉਹ ਰਾਸ਼ਟਰਵਾਦ ਨੂੰ ਫਿੱਟ ਬਹਿੰਦਾ ਆ। ਦੇਖੋ, ਜਦੋਂ ਭਗਤ ਸਿੰਘ ਆਪਣਾ ਸੰਘਰਸ਼ ਲੜ ਰਿਹਾ ਸੀ ਉਦੋਂ ਪੰਜਾਬ ਦਾ ਕੋਈ ਮਸਲਾ ਇਸ ਕਿਸਮ ਦਾ ਨਹੀਂ ਸੀ ਕਿ ਪੰਜਾਬ ਇੱਕ ਸੂਬਾ ਹੈ। ਨਾ ਹੀ ਉਦੋਂ ਸੂਬੇ ਤੇ ਰਾਜ ਦੇ ਵੱਧ ਅਧਿਕਾਰਾਂ ਦੀ ਗੱਲ ਚੱਲ ਰਹੀ ਸੀ, ਨਾ ਹੀ ਉਦੋਂ ਪੰਜਾਬੀ ਭਾਸ਼ਾ ਨੂੰ ਕੇਂਦਰ ਵਿੱਚ ਰੱਖ ਕੇ ਕਿਵੇਂ ਲੈਣਾ ਇਹਦੀ ਗੱਲ ਚੱਲ ਰਹੀ ਸੀ। ਜੇ ਤੁਸੀਂ ਭਗਤ ਸਿੰਘ ਦੇ ਨਾਲ ਸ਼ਹੀਦ ਹੋਏ ਵਿਅਕਤੀਆਂ ਦੀ ਗੱਲ ਕਰੋ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਉਹ ਕਿਸੇ ਇੱਕ ਵਿਸ਼ੇਸ਼ ਧਰਮ ਜਾਂ ਫਿਰਕੇ ਨਾਲ ਸੰਬੰਧਿਤ ਨਹੀਂ ਸੀ। ਉਸ ਸਮੇਂ ਦੀ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਉਸ ਸਮੇਂ ਦੀ ਲੋੜ ਰਾਸ਼ਟਰ ਨੂੰ ਆਜ਼ਾਦ ਕਰਵਾਉਣ ਦੀ ਸੀ। ਉਹ ਵਿਅਕਤੀ ਸੀ ਜਿਹੜੇ ਉਹ ਰਾਸ਼ਟਰ ਨੂੰ ਆਜ਼ਾਦ ਕਰਾਉਣ ਲਈ ਲੱਗੇ ਹੋਏ ਸੀ। ਇਸ ਕਰਕੇ ਉਹਨਾਂ ਨੂੰ ਆਪਾਂ ਐਵੇਂ ਰਿਡਿਊਸ ਨਹੀਂ ਕਰ ਸਕਦੇ। ਕਈ ਵਾਰੀ ਕਿਹਾ ਜਾਂਦਾ ਕਿ ਉਹ ਸ਼ਾਇਦ ਜਨ ਸਿੰਘ ਦੇ ਏਜੰਡੇ ਤੇ ਚੱਲਦੇ ਸੀ ਜਾਂ ਫਲਾਣੇ ਏਜੰਡੇ ਤੇ ਚੱਲਦੇ ਸੀ। ਉਦੋਂ ਕੀ ਸੀ ਕਿ ਉਦੋਂ ਹਿੰਦੁਸਤਾਨ ਨੂੰ ਇੱਕ ਸਮੁੱਚੇ ਰਾਸ਼ਟਰ ਦੇ ਤੌਰ ਤੇ ਇੱਕ ਬਹੁ ਰਾਸ਼ਟਰੀ ਕੰਪਨੀ ਦੁਆਰਾ ਕਬਜ਼ੇ ਤੋਂ ਨਿਜਾਤ ਦਿਵਾਉਣ ਲਈ ਸੰਘਰਸ਼ ਕਰ ਰਹੇ ਸੀ। ਇਸ ਕਰਕੇ ਉਸ ਸਮੇਂ ਦੇ ਉਹਨਾਂ ਦੇ ਮੂੰਹ ਦੇ ਵਿੱਚ ਸ਼ਬਦ ਪਾ ਕੇ ਜਾਂ ਉਹਨਾਂ ਦੇ ਜਿਹੜੀਆਂ ਲਿਖੀਆਂ ਹੋਈਆਂ ਚਿੱਠੀਆਂ ਦੇ ਹੋਰ ਅਰਥ ਕੱਢ ਕੇ ਜੇ ਅਸੀਂ ਉਹਨਾਂ ਦੀ ਵਿਆਖਿਆ ਕਰਾਂਗੇ ਤਾਂ ਉਹ ਅਸੀਂ ਸ਼ਾਇਦ ਕਿਸੇ ਹੋਰ ਪਾਸੇ ਤੁਰ ਜਾਾਂਗੇ। ਉਹ ਬਿਲਕੁਲ ਉਹੋ ਜਿਹਾ ਹੀ ਹੋਊਗਾ ਜਿਵੇਂ ਅਸੀਂ ਵੱਖ-ਵੱਖ ਦੀ ਰਚਨਾ ਨੂੰ ਅੱਜ ਅਲੱਗ-ਅਲੱਗ ਕਰਕੇ ਦੇਖਣ ਦੀ ਕੋਸ਼ਿਸ਼ ਕਰੀਏ, ਉਹਦੇ ਨਾਲ ਵੀ ਅਸੀਂ ਸ਼ਾਇਦ ਕਿਤੇ ਨਾ ਕਿਤੇ ਆਪਣੇ ਪੈਂਡੇ ਤੋਂ ਬਿਖਰ ਜਾਵਾਂਗੇ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਹਰ ਇੱਕ ਚੀਜ਼ ਦੇ ਉਸ ਵਿਸ਼ੇਸ਼ ਸੰਦਰਭ ਦੇ ਵਿੱਚ ਵੱਖਰੇ ਅਰਥ ਹੁੰਦੇ ਆ। ਜਦੋਂ ਸ਼ਹੀਦ ਭਗਤ ਸਿੰਘ ਨੇ ਉਦੋਂ ਉਹਨਾਂ ਲਈ ਕੋਈ ਬਗਾਨਾ ਨਹੀਂ ਸੀ। ਤੁਹਾਡੇ ਯਾਦ ਹੋਣਾ, ਇੱਕ ਪਾਸੇ ਉਦੋਂ ਜਿਹੜੇ ਕ੍ਰਾਂਤੀਕਾਰੀ ਸੀ ਉਹ ਖੱਬੇ ਪੱਖੀ ਸੋਚ ਨੂੰ ਲੈ ਕੇ ਚੱਲਦੇ ਸੀ, ਦੂਸਰੇ ਪਾਸੇ ਗਦਰੀ ਬਾਬੇ ਖੱਬੇ ਪੱਖੀ ਸੋਚ ਨਾਲ ਰੱਖਦੇ ਹੋਏ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਆਪਣੇ ਨਾਲ ਉਨਾ ਹੀ ਸਤਿਕਾਰ ਦੇ ਕੇ ਚੱਲਦੇ ਸੀ। ਉਦੋਂ ਜਿਹੜਾ ਇਹ ਮਸਲਾ ਹੈ, ਇਹ ਮਸਲਾ ਇਸ ਰੂਪ ਦੇ ਵਿੱਚ ਨਹੀਂ ਸੀ। ਉਦੋਂ ਰਾਸ਼ਟਰੀਅਤਾ ਦਾ ਭਾਵ ਦੇਸ਼ ਨੂੰ ਆਜ਼ਾਦੀ ਦਿਵਾਉਣ ਤੱਕ ਸੀਮਤ ਸੀ। ਉਸ ਨੂੰ ਜੇ ਅੱਜ ਕੋਈ ਨਵੇਂ ਅਰਥ ਦੇ ਕੇ ਭਗਤ ਸਿੰਘ ਦੇ ਮੂੰਹ ਦੇ ਵਿੱਚ ਜਾਂ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਆਪਣੇ ਅਰਥ ਪਾਉਣਾ ਚਾਹੁੰਦਾ ਹੈ ਤਾਂ ਮੈਨੂੰ ਲੱਗਦਾ ਇਹ ਉਸ ਕਿਸਮ ਦੀ ਸੋਚ ਨਾਲ ਅਨਿਆਂ ਹੈ। ਸੁਖਵਿੰਦਰ, ਇੱਕ ਇਹ ਵੀ ਗੱਲ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਪਣੇ ਨਾਇਕ ਦੀ ਤਲਾਸ਼ ਦੇ ਵਿੱਚ ਨੇ। ਉਹ ਕਦੇ ਨਾਇਕ ਜਿਹੜੀ ਹੈ ਨੌਜਵਾਨੀ ਉਹ ਸ਼ਹੀਦ ਭਗਤ ਸਿੰਘ ਨੂੰ ਬਣਾਉਂਦੀ ਹੈ, ਕੁਝ ਨੌਜਵਾਨੀ ਜਿਹੜੀ ਹੈ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਆਪਣਾ ਨਾਇਕ ਮੰਨਦੀ ਹੈ, ਬਾਕੀ ਵੱਖੋ ਵੱਖਰੇ ਢੰਗ ਦੇ ਨਾਲ ਕਰਤਾਰ ਸਿੰਘ ਸਰਾਭਾ ਜਾਂ ਸ਼ਹੀਦ ਊਧਮ ਸਿੰਘ ਹੋਰਾਂ ਦੀ ਗੱਲ ਹੁੰਦੀ ਆ। ਪੰਜਾਬ ਅੱਜ ਵੀ ਜਿਹੜਾ ਉਸ ਮੋੜ ਦੇ ਉੱਤੇ ਆ ਕੇ ਖੜਾ ਹੈ, ਉਹ ਕਦੇ ਭਗਵੰਤ ਮਾਨ ਵਿੱਚੋਂ ਹੀ ਆਪਣਾ ਨਾਇਕ ਦੇਖ ਲੈਂਦਾ ਕਿ ਭਗਵੰਤ ਮਾਨ ਸ਼ਾਇਦ ਸਾਡਾ ਜਿਹੜਾ, ਜਿਵੇਂ ਉਹ ਕਹਿੰਦੇ ਕਿ ਨੌਜਵਾਨ ਮੇਰੇ ਪਿੱਛੇ ਨੇ, ਤੇ ਉਹ ਨੌਜਵਾਨ ਕਿਉਂ ਨੇ, ਉਹਨਾਂ ਨੂੰ ਇਹ ਵੀ ਸੋਚਣਾ ਪੈਣਾ ਕਿ ਅਸੀਂ ਇਹਨਾਂ ਦੇ ਨਾਇਕ ਕਿਉਂ ਬਣ ਰਹੇ ਹਾਂ, ਇਹ ਸਾਨੂੰ ਨਾਇਕ ਕਿਉਂ ਸਮਝਦੇ ਨੇ, ਤੇ ਅਸਲ ਦੇ ਵਿੱਚ ਨਾਇਕ ਬਣਦਾ ਕੌਣ ਹੈ, ਨਾਇਕ ਹੁੰਦਾ ਕੌਣ ਹੈ। ਦੇਖੋ, ਇਹ ਬਹੁਤ ਮਹੱਤਵਪੂਰਨ ਸਵਾਲ ਹੈ। ਜਿਹੜਾ ਨਾਇਕ ਹੈ, ਅੱਜ ਅਸੀਂ ਨਾਇਕ ਨੂੰ ਸ਼ਾਇਦ ਜਿਹੜਾ ਫਿਲਮੀ ਹੀਰੋ ਹੈ ਉਹਦੇ ਅਰਥ ਵਿੱਚ ਦੇਖਣ ਲੱਗ ਪਏ। ਨਾਇਕ ਉਹ ਹੁੰਦਾ ਜਿਹਨੇ ਕੌਮ ਨੂੰ, ਦੇਸ਼ ਨੂੰ ਇੱਕ ਖਾਸ ਕਿਸਮ ਦੀ ਸੇਧ ਦਿੱਤੀ ਹੁੰਦੀ ਹੈ, ਜਿਹਦਾ ਇਤਿਹਾਸ ਦੇ ਵਿੱਚ ਇੱਕ ਸਥਾਨ ਹੁੰਦਾ ਹੈ, ਜਿਸ ਨੇ ਉਹ ਬਹੁਤ ਵੱਡੀਆਂ ਮੱਲਾਂ ਮਾਰੀਆਂ ਹੁੰਦੀਆਂ ਜਿਨ੍ਹਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ। ਗੁਰੂ ਨਾਨਕ ਦੇਵ ਜੀ ਪੰਜਾਬ ਦੇ ਵਿੱਚ ਸ਼ਾਂਤੀ ਦੇ ਨਾਇਕ ਹੈ। ਗੁਰੂ ਅਰਜਨ ਸਾਹਿਬ ਜੀ ਆਪਣੀ ਕਿਸਮ ਦੇ ਨਾਇਕ ਹੈ। ਇਸੇ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਇੱਕ ਆਪਣੀ ਕਿਸਮ ਦੇ ਨਾਇਕ ਹੈ। ਮੇਰਾ ਕਹਿਣ ਤੋਂ ਮਤਲਬ ਇਹ ਹੈ
ਕਿ ਜੇ ਅਸੀਂ ਕਹੀਏ ਕਿ ਪੰਜਾਬ ਨਾਇਕ ਦੀ ਤਲਾਸ਼ ਦੇ ਵਿੱਚ ਹੈ ਤਾਂ ਇਹ ਗੱਲ ਮੰਨਣ ਵਾਲੀ ਨਹੀਂ ਹੈ, ਕਿਉਂਕਿ ਪੰਜਾਬ ਤਾਂ ਧਰਤੀ ਹੀ ਨਾਇਕਾਂ ਦੀ ਹੈ। ਇੱਥੇ ਤੁਹਾਨੂੰ ਹਰ ਖਿੱਤੇ ਦੇ ਵਿੱਚ, ਹਰ ਸ਼ੋਬੇ ਦੇ ਵਿੱਚ ਕੁਰਬਾਨੀਆਂ ਕਰਨ ਵਾਲੇ ਅਨੇਕਾਂ ਨਾਇਕ ਮਿਲ ਜਾਣਗੇ। ਸ਼ਾਇਦ ਪੰਜਾਬ ਹੀ ਇੱਕ ਐਸੀ ਧਰਤੀ ਹੋਊਗੀ ਹਿੰਦੁਸਤਾਨ ਦੇ ਵਿੱਚ ਜਿਸ ਨੇ ਰਾਸ਼ਟਰ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਰਾਸ਼ਟਰ ਨੂੰ ਸੀਮਤ ਅਰਥਾਂ ਦੇ ਵਿੱਚ ਅਸੀਂ ਨਾ ਦੇਖੀਏ, ਜੇ ਅਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਿੰਨੇ % ਕੁਰਬਾਨੀਆਂ ਪੰਜਾਬੀਆਂ ਦੀਆਂ, ਤਾਂ ਜਿਹੜੀ ਸਿੱਖ ਰੈਵੋਲੂਸ਼ਨ ਕਿਤਾਬ ਹੈ ਉਸ ਦੇ ਵਿੱਚੋਂ ਸਾਨੂੰ ਇਸ ਸਾਰੇ ਬਾਰੇ ਗਿਆਨ ਮਿਲਦਾ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜੇ ਅਸੀਂ ਅੱਜ ਜਿਹੜਾ ਕੋਈ ਵੋਟਾਂ ਦੇ ਵਿੱਚ ਅੱਗੇ ਆ ਗਿਆ ਉਸ ਨੂੰ ਨਾਇਕ ਬਣਾ ਕੇ ਉਹਨੂੰ ਪਰੰਪਰਾ ਦੇ ਵਿੱਚ ਪਏ ਹੋਏ ਸਾਡੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਹੋਣਾ ਦੇ ਨਾਲ ਤੁਲਨਾ ਕਰੀਏ ਤਾਂ ਇਹ ਜ਼ਿਆਦਤੀ ਹੈ। ਕਈ ਵਾਰ ਕਈ ਬੰਦਿਆਂ ਵੱਲੋਂ ਇਸ ਗੱਲ ਤੇ ਇਤਰਾਜ਼ ਵੀ ਕੀਤਾ ਜਾਂਦਾ ਹੈ। ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਆਧੁਨਿਕ ਸੀਮਤ ਅਰਥਾਂ ਦੇ ਵਿੱਚ ਕਹੇ ਜਾਣ ਵਾਲੇ ਨਾਇਕ ਹੈ, ਉਹਨਾਂ ਚੋਂ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦੀ ਫੋਟੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਰਾਬਰ ਲਗਾਈ ਹੋਈ ਸੀ। ਇੱਕ ਵਿਅਕਤੀ ਨੇ ਮੇਰੇ ਕੋਲੇ ਆ ਕੇ ਸਵਾਲ ਕੀਤਾ ਕਿ ਕੀ ਇਹ ਜਾਇਜ਼ ਹੈ ਗੁਰੂ ਸਾਹਿਬਾਨ ਦੇ ਬਰਾਬਰ ਇਹ ਤਸਵੀਰ ਲਗਾਉਣੀ। ਇਸ ਕਰਕੇ ਕਈ ਵਾਰੀ ਅਸੀਂ ਭਾਵੁਕ ਹੋ ਕੇ ਨਾਇਕ ਦੇ ਅਰਥਾਂ ਨੂੰ ਸੀਮਤ ਕਰ ਦਿੰਦੇ ਆ। ਨਾਇਕ ਹੈ ਜਿਹੜਾ ਉਹ ਰਾਤੋਂ ਰਾਤ ਨਹੀਂ ਬਣਦਾ ਹੁੰਦਾ। ਨਾਇਕ ਹੈ ਜਿਹੜਾ ਉਹ ਸਾਡੇ ਕਿਤੇ ਨਾ ਕਿਤੇ ਅਚੇਤ ਮਨ ਦੇ ਵਿੱਚ ਪਿਆ ਹੁੰਦਾ ਹੈ। ਜਿਹੜਾ ਨਾਇਕ ਹੁੰਦਾ ਹੈ, ਜੇ ਅਸੀਂ ਨੈਕਸਲੇਟ ਮੂਵਮੈਂਟ ਦੀ ਗੱਲ ਕਰੀਏ ਤਾਂ ਉਹਨਾਂ ਦੇ ਨਾਇਕ ਵੀ ਨਵੇਂ ਨਹੀਂ ਬਣੇ ਸੀ। ਜਦੋਂ ਉਹ ਕਵਿਤਾ ਲਿਖਦੇ ਆ ਕਿ ਬਾਜਾਂ ਵਾਲਿਆ ਭੇਜ ਖਾਂ ਬਾਜ ਆਪਣੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ, ਤਾਂ ਉੱਥੇ ਨਾਇਕ ਸ਼੍ਰੀ ਗੁਰੂ ਗੋਬਿੰਦ ਸਿੰਘ ਹੈ। ਇਸ ਕਰਕੇ ਸਾਡੇ ਇਤਿਹਾਸ ਦੇ ਵਿੱਚ ਪਏ ਹੋਏ ਜਿਹੜੇ ਨਾਇਕ ਹੈ ਉਹਨਾਂ ਦਾ ਵੱਡਾ ਸਥਾਨ ਹੈ। ਨਾ ਉਹ ਰਾਤੋਂ ਰਾਤ ਨਵੇਂ ਨਾਇਕ ਬਣਦੇ ਹੈ, ਨਾ ਹੀ ਰਾਤੋਂ ਰਾਤ ਨਾਇਕਾਂ ਬਾਰੇ ਅਸੀਂ ਆਪਣੇ ਅਰਥ ਬਦਲ ਸਕਦੇ ਹਾਂ। ਨਾਇਕ ਸਾਡੀ ਲੋਕ ਚੇਤਨਾ ਦਾ, ਲੋਕ ਮਾਨਸਿਕਤਾ ਦਾ ਹਿੱਸਾ ਬਣ ਜਾਂਦੇ ਹੈ। ਜਦੋਂ ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਬਿੰਬਤ ਕਰਨ ਲੱਗ ਜਾਂਦੇ ਆ ਕਿ ਇਹ ਵਿਅਕਤੀ ਦਾ ਜਿਹੜਾ ਕੱਦ ਬੁੱਤ ਹੈ, ਇਹਦਾ ਰਾਜ ਹੈ ਜਿਹੜਾ ਫਲਾਣੇ ਰਾਜ ਵਰਗ ਹੈ, ਉਸ ਕਰਕੇ ਅਸੀਂ ਉਸ ਕਿਸਮ ਦੇ ਬੰਦਿਆਂ ਨੂੰ ਨਾਇਕ ਮੰਨਦੇ ਹਾਂ। ਜੇ ਅਸੀਂ ਹੁਣ ਜਿਹੜੇ ਸਾਡੇ ਹੀਰੋਨੁਮਾ ਜਾਂ ਰਾਜਨੀਤੀ ਦੇ ਵਿੱਚ ਜਾਂ ਸਦੀ ਦੇ ਨਾਇਕ ਬਣਾ ਕੇ ਅਸੀਂ ਆਪਣੇ ਅਰਥ ਦੇਣ ਲੱਗ ਜਾਂਦੇ ਹਾਂ ਤਾਂ ਇਹ ਬਹੁਤੇ ਮੈਨੂੰ ਲੱਗਦਾ ਵੀ ਸੀਮਤ ਰੂਪ ਦੇ ਵਿੱਚ ਲਏ ਜਾਣ ਵਾਲੇ ਅਰਥ ਹੈ। ਇਹਨਾਂ ਨੂੰ ਬਹੁਤ ਵਿਸ਼ਾਲ ਰੂਪ ਦੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਬਾਕੀ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਘੱਟੋ ਘੱਟ ਪੰਜਾਬ ਨੂੰ ਇਸ ਗੱਲ ਤੇ ਮਾਣ ਹੈ ਕਿ ਇਹ ਨਾਇਕਾਂ ਦੀ, ਇਹ ਯੋਧਿਆਂ ਦੀ, ਇਹ ਸੂਰਬੀਰਾਂ ਦੀ ਧਰਤੀ ਹੈ। ਸ਼ਾਇਦ ਇਸੇ ਕਾਰਨ ਹੀ ਪੰਜਾਬ ਅੱਜ ਤੱਕ ਬਚਿਆ ਹੋਇਆ ਹੈ। ਜੇ ਕਿਤੇ ਵੀ ਲੋੜ ਪੈਂਦੀ ਹੈ ਤਾਂ ਪੰਜਾਬ ਦੇ ਵਿੱਚ ਪੰਜਾਬ ਕੋਲੇ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਕਿਸੇ ਵੀ ਕਿਸਮ ਦੀ ਗਰਮਜੋਸ਼ੀ ਨੂੰ ਲੈਣ ਲਈ ਕਮੀ ਨਹੀਂ ਮਹਿਸੂਸ ਹੁੰਦੀ। ਸੁਖਵਿੰਦਰ ਜੀ, ਸੰਧੂ ਸਾਹਿਬ ਇੱਕ ਸਵਾਲ ਇਹਦੇ ਨਾਲ ਨਾਇਕਾਂ ਨਾਲ ਜੁੜਦਾ ਇਹ ਹੈ ਕਿ ਫਿਲਮ ਮੇਰੇ ਖਿਆਲ ਤਕਰੀਬਨ ਹਰ ਪੰਜਾਬੀ ਨੇ ਦੇਖੀ ਹੋਣੀ, ਜਿਹੜੀ ਨਾਇਕ ਫਿਲਮ ਅਨਿਲ ਕਪੂਰ ਦੀ ਸੀ। ਲੋਕ ਆਪਣਾ ਉਹੋ ਜਿਹਾ ਆਗੂ ਚਾਹੁੰਦੇ ਨੇ ਅੱਜ ਪੰਜਾਬ 'ਚ ਲਾ ਲਓ ਜਾਂ ਮੁਲਕ ਦੇ ਵਿੱਚ ਲਾ ਲਓ ਕਿ ਉਹ ਉਹਨਾਂ ਦੀਆਂ ਸਮੱਸਿਆਵਾਂ ਦਾ ਸੀਮਤ ਦਿਨਾਂ ਦੇ ਵਿੱਚ ਜਿਹੜਾ ਉਹ ਹੱਲ ਕੱਢੇ, ਕਿਉਂਕਿ ਉਹਦੇ ਹੱਥ ਦੇ ਵਿੱਚ ਕਲਮ ਦੀ ਤਾਕਤ ਹੋਵੇ ਤੇ ਉਸ ਤਾਕਤ ਦੇ ਨਾਲ ਜਿਵੇਂ ਜੋ ਕੁਝ ਉਹ ਅਨਿਲ ਕਪੂਰ ਉਸ ਫਿਲਮ ਦੇ ਵਿੱਚ ਕਰਦਾ ਹੈ ਕਿ ਨਾਇਕ ਦੀ ਭੂਮਿਕਾ ਨਿਭਾਉਂਦੇ ਆ, ਹਰੇਕ ਅਫਸਰਸ਼ਾਹੀ ਨੂੰ ਤਾੜਨਾ ਕਰਦਾ ਹੈ ਜਾਂ ਉੱਥੇ ਵੱਡੇ ਵੱਡੇ ਖੁਲਾਸੇ ਕਰਦਾ, ਇਸ ਤਰ੍ਹਾਂ ਦਾ ਨਾਇਕ ਲੋਕ ਮੰਗਦੇ ਨੇ। ਕੀ ਇਹ ਮਤਲਬ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਜਾਂ ਮੌਜੂਦਾ ਵਰਤਮਾਨ ਦੇ ਵਿੱਚ ਇਹ ਸੰਭਵ ਹੋ ਸਕਦਾ ਜਾਂ ਫਿਰ ਇੱਕ ਫਿਲਮ ਹੀ ਹੋਈ ਹੈ ਬਸ? ਇਹ ਸੰਭਵ ਤਾਂ ਹੋ ਸਕਦਾ ਹੈ ਜੇ ਅਸੀਂ ਜਦੋਂ ਨਾਇਕ ਦੀ ਸਿਰਜਣਾ ਕਰੀਏ ਤਾਂ ਉਹਦੇ ਲਈ ਸਾਡਾ ਪੈਮਾਨਾ ਉਸ ਕਿਸਮ ਦਾ ਹੋਵੇ ਜਿਸ ਕਿਸਮ ਦਾ ਸਾਡੇ ਇਤਿਹਾਸ ਦੇ ਵਿੱਚ ਪਿਆ ਹੈ। ਜਦੋਂ ਖਾਲਸਾ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਤਾਂ ਉਹਨਾਂ ਨੇ ਪੰਡਾਲ ਦੇ ਵਿੱਚੋਂ 5 ਵਿਅਕਤੀਆਂ ਨੂੰ ਬਿਨਾਂ ਉਹਨਾਂ ਦੀ ਜਾਤ ਦੇਖਿਆ, ਬਿਨਾਂ ਉਹਨਾਂ ਦਾ ਇਲਾਕਾ ਦੇਖਿਆ ਚੋਣ ਕੀਤੀ। ਉਹਨਾਂ ਨੂੰ ਆਪਣੇ ਬਰਾਬਰ ਦਾ ਦਰਜਾ ਦਿੱਤਾ। ਉਹਨਾਂ ਦੇ ਪੰਜਾਂ ਦੇ ਫੈਸਲੇ ਨੂੰ ਆਪਣਾ ਫੈਸਲਾ ਤੇ ਆਪਣੇ ਫੈਸਲੇ ਨੂੰ ਉਹਨਾਂ ਦਾ ਫੈਸਲਾ ਕਿਹਾ ਤੇ ਉਸ ਪੰਜਾਂ ਤੋਂ ਸ਼ੁਰੂ ਹੋ ਕੇ ਇੱਕ ਵਿਸ਼ਾਲ ਹੌਲੀ ਹੌਲੀ ਚੱਲਦੇ ਚੱਲਦੇ ਮਹਾਰਾਜਾ ਰਣਜੀਤ ਸਿੰਘ ਸਮੇਂ ਆਉਂਦੇ ਆਉਂਦੇ ਰਾਜ ਕਾਇਮ ਕਰਤਾ। ਹੁਣ ਜਦੋਂ ਅਸੀਂ ਇੱਕ ਪਾਸੇ ਤਾਂ ਸੁਪਨੇ ਦੇ ਵਿੱਚ, ਕਲਪਨਾ ਦੇ ਵਿੱਚ ਨਾਇਕ ਦੀ ਸਿਰਜਣਾ ਕਰਦੇ ਹਾਂ ਕਿ ਨਾਇਕ ਸਾਡਾ ਇਹੋ ਜਿਹਾ ਹੋਵੇ ਜਿਹੜਾ ਕਲਮ ਨਾਲ ਤਕਦੀਰ ਬਦਲ ਦੇ, ਦੂਸਰੇ ਪਾਸੇ ਜਦੋਂ ਅਸੀਂ ਨਾਇਕ ਦੀ ਚੋਣ ਕਰਦੇ ਹਾਂ ਤਾਂ ਸਾਨੂੰ ਜਦੋਂ ਭਾਰਤੀ ਪਰੰਪਰਾ ਦੇ ਵਿੱਚ, ਸਾਹਿਤ ਦੇ ਵਿੱਚ ਵੀ ਨਾਇਕ ਬਾਰੇ ਪੜ੍ਹਾਇਆ ਜਾਂਦਾ ਤਾਂ ਉਦੋਂ ਇਹ ਕਿਹਾ ਜਾਂਦਾ ਕਿ ਤੁਹਾਡਾ ਜਿਹੜਾ ਨਾਇਕ ਹੈ ਉਹ ਯੁੱਗ ਪੁਰਸ਼ ਹੋਵੇ, ਉਹ ਪੜ੍ਹਿਆ ਲਿਖਿਆ ਤੇ ਵਿਦਵਾਨ ਹੋਵੇ, ਉਹ ਯੋਧਾ ਹੋਵੇ, ਕਰਮਯੋਗੀ ਹੋਵੇ, ਹਰ ਪੱਖੋਂ ਉਹ ਸੰਪੂਰਨ ਹੋਵੇ, ਨੈਤਿਕ ਪੱਖੋਂ ਉਸ ਤੇ ਕਿਸੇ ਦੀ ਛਾਪ ਨਾ ਹੋਵੇ, ਸਾਰੇ ਫੈਸਲੇ ਲੈਣ ਦੇ ਉਹ ਆਪ ਯੋਗ ਹੋਵੇ। ਇਹੋ ਜਿਹਾ ਵਿਅਕਤੀ ਕੀ ਅੱਜ ਸਾਨੂੰ ਮਿਲ ਸਕਦਾ? ਅੱਜ ਜਦੋਂ ਅਸੀਂ ਵਾਰੀ-ਵਾਰੀ ਕਹਿੰਦੇ ਆ ਕਿ ਜਿਹੜਾ ਫਲਾਨਾ ਫੈਸਲਾ ਲਿਆ ਉਹ ਦਿੱਲੀ ਤੋਂ ਲਿਆ ਗਿਆ, ਫਲਾਂ ਫੈਸਲਾ ਲਿਆ ਫਲਾਣੇ ਦੀ ਸਿਫਾਰਿਸ਼ ਨਾਲ ਲੈ ਲਿਆ,
ਫਲਾਂ ਫੈਸਲਾ ਉਹਨਾਂ ਨੇ ਪ੍ਰੈਸ਼ਰ ਹੇਠਾਂ ਆ ਕੇ ਲੈ ਲਿਆ, ਫਲਾਂ ਫੈਸਲਾ ਜਿਹੜਾ ਉਹ ਪੈਸੇ ਲੈ ਕੇ ਲੈ ਲਿਆ। ਜੇ ਸਾਡੇ ਫੈਸਲੇ ਅੱਜ ਐ ਹੋ ਰਹੇ ਹੈ ਤਾਂ ਫਿਰ ਅਸੀਂ ਜਿਹੜਾ ਸੁਪਨਿਆਂ ਦਾ ਨਾਇਕ ਹੈ ਇਹ ਫਿਲਮਾਂ ਵਿੱਚ ਹੀ ਤਲਾਸ਼ ਸਕਦੇ ਹਾਂ। ਅਸਲੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਹੈ ਇਹੋ ਜਿਹਾ ਨਾਇਕ ਲੱਭਣਾ ਖਾਬ ਖਿਆਲੀ ਹੈ, ਇਸ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਸਮਾਜ ਦੀ ਤਕਦੀਰ ਬਦਲ ਸਕਦੀ ਹੈ, ਜਿੰਨਾ ਸਮਾਜ ਖਰਾਬੀ ਤੇ ਗਿਆ ਹੋਇਆ ਹੈ ਇਸ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਤੇ ਉਸ ਕਿਸਮ ਦੇ ਆਦਰਸ਼ ਵਿਅਕਤੀ ਦੀ ਤਲਾਸ਼ ਕਰਨੀ ਪੈਂਦੀ ਹੈ ਜਿਹੜਾ ਕੌਮ ਲਈ ਖੜਾ ਹੋ ਕੇ ਉੱਚੀ ਸੁਰ ਦੇ ਵਿੱਚ ਬੋਲਣ ਦੀ ਹਿੰਮਤ ਰੱਖਦਾ ਹੋਵੇ। ਤੇ ਹੁਣ ਕੌਮ ਨੂੰ ਵੇਚਣ ਵਾਲੇ ਜ਼ਿਆਦੇ ਹੈ, ਕੌਮ ਦੇ ਨਾਲ ਖੜਨ ਵਾਲੇ ਨਿਸ਼ਕਾਮ ਸੇਵਾ ਕਰਨ ਵਾਲੇ ਘੱਟ ਹੈ। ਜਦੋਂ ਪਹਿਲੀਆਂ ਚੋਣਾਂ ਦੇ ਵਿੱਚ ਐਫੀਡੇਵਿਟ ਦਿੱਤਾ ਜਾਂਦਾ ਹੈ ਉਸ ਦੇ ਨਾਲੋਂ ਅਗਲੀਆਂ ਚੋਣਾਂ ਤੱਕ ਆਉਂਦੇ ਆਉਂਦੇ ਡਿਕਲੇਅਰਡ ਜਿਹੜੀ ਉਹਨਾਂ ਦੀ ਆਮਦਨੀ ਹੈ ਜਾਂ ਉਹਨਾਂ ਦੀ ਪੂੰਜੀ ਉਹ ਦੁੱਗਣੀ ਹੋ ਜਾਂਦੀ ਹੈ। ਇਸ ਤਰ੍ਹਾਂ ਨਾਇਕ ਨਹੀਂ ਬਣਦੇ। ਨਾਇਕ ਬਣਨ ਲਈ ਬਹੁਤ ਕੁਰਬਾਨੀਆਂ ਕਰਨੀਆਂ ਪੈਂਦੀਆਂ, ਘਰ ਪਰਿਵਾਰ ਵਾਰਨੇ ਪੈਂਦੇ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਫਿਲਮੀ ਨਾਇਕ ਦੀ ਤਲਾਸ਼ ਕਰਨੀ ਸ਼ਾਇਦ ਪੰਜਾਬ ਜਾਰੀ ਰੱਖੇ। ਅਸਲ ਨਾਇਕ ਹਜੇ ਤੱਕ ਕਿਤੇ ਨਜ਼ਰ ਨਹੀਂ ਆਉਂਦਾ। ਗੱਲਾਂ ਬਾਤਾਂ 'ਚ ਹੀਰੋ ਜਿਹਨੂੰ ਮਰਜ਼ੀ ਬਣਾਈ ਜਾਏਗੀ। ਸੁਖਵਿੰਦਰ, ਜਦੋਂ ਸਿਮਰਨਜੀਤ ਸਿੰਘ ਮਾਨ ਦੀ ਗੱਲ ਇੱਕ ਵਾਰ ਫਿਰ ਮੇਰੇ ਧਿਆਨ ਦੇ ਸਵਾਲ ਆਇਆ ਕਿ ਉਹ ਜਿੱਤਦੇ ਨੇ ਤਾਂ ਲੋਕ ਇਹ ਵੀ ਕਹਿ ਦਿੰਦੇ ਨੇ ਅੰਦਰ ਖਾਤੇ ਕਿ ਉਹਨਾਂ ਨੂੰ ਥੋੜਾ ਜਿਹਾ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਹ ਸਿਰਫ 1.5 ਸਾਲ ਦੀ ਚੋਣ ਹੈ, 2024 ਚ ਫਿਰ ਇਲੈਕਸ਼ਨ ਆ ਜਾਣੀ ਹੈ। ਹੁਣ ਤਾਂ ਲੋਕ ਅੱਕੇ ਬੈਠੇ ਸੀ ਰਵਾਇਤੀ ਪਾਰਟੀਆਂ ਤੋਂ, ਆਮ ਆਦਮੀ ਪਾਰਟੀ ਤੋਂ ਵੀ ਅੱਕ ਗਏ ਸੀ, ਇਸ ਕਰਕੇ ਉਹਨਾਂ ਨੂੰ ਕੋਈ ਬਦਲ ਲੱਭਿਆ ਨਹੀਂ ਤੇ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਅੱਗੇ ਕਰਤਾ। ਇਹਦਾ ਮਤਲਬ ਇਹ ਨਹੀਂ ਕਿ ਇਹ ਕੋਈ ਖਾਲਿਸਤਾਨ ਦੀ ਮੂਵਮੈਂਟ ਨੂੰ ਹੁੰਗਾਰਾ ਮਿਲਿਆ। ਕੱਲ ਨੂੰ ਇਹ ਨਾ ਹੋਵੇ ਕਿ ਉਹ ਜਾ ਕੇ ਸੰਸਦ ਦੇ ਵਿੱਚ ਕੋਈ ਖਾਲਿਸਤਾਨ ਦੀ ਗੱਲ ਰੱਖਣ ਤੇ ਉੱਥੇ ਜਾ ਕੇ ਫਿਰ ਕੋਈ ਨਵਾਂ ਵਿਵਾਦ ਜਿਹੜਾ ਖੜਾ ਹੋ ਜਾਏ। ਨਹੀਂ, ਇਹ ਮੈਨੂੰ ਲੱਗਦਾ ਹੈ ਗੱਲ ਜਾਇਜ਼ ਨਹੀਂ ਹੈ। ਇਹ ਸਿਮਰਨਜੀਤ ਸਿੰਘ ਮਾਨ ਨਾਲ ਵੀ ਇਹ ਕਹਿਣਾ ਅਨਿਆਂ ਹੈ। ਜਦੋਂ ਸਿਮਰਨਜੀਤ ਸਿੰਘ ਮਾਨ ਨੇ ਵੋਟਾਂ ਮੰਗੀਆਂ ਉਹਨਾਂ ਨੇ ਕਿਤੇ ਇਹ ਕਹਿ ਕੇ ਵੋਟਾਂ ਨਹੀਂ ਮੰਗੀਆਂ ਕਿ ਮੈਂ ਇਹ ਗੱਲ ਕਰੂੰਗਾ। ਸਿਮਰਨਜੀਤ ਸਿੰਘ ਮਾਨ ਦੀ ਜੇ ਅਸੀਂ ਗੱਲ ਕਰੀਏ ਉਹ ਲੋਕਾਂ ਨੇ ਅੱਕੇ ਹੋਣ ਕਰਕੇ ਵੋਟਾਂ ਸਿਮਰਨਜੀਤ ਸਿੰਘ ਮਾਨ ਨੂੰ ਨਹੀਂ ਪਾਈਆਂ। ਲੋਕ ਐਡੇ ਮੂਰਖ ਨਹੀਂ ਹੈ। ਪਬਲਿਕ ਓਪੀਨੀਅਨ ਹੈ ਜਿਹੜਾ ਉਸ ਦੇ ਵਿੱਚ ਬੜੀ ਤਾਕਤ ਹੁੰਦੀ ਹੈ, ਉਹ ਸੱਚ ਨੂੰ ਪਹਿਚਾਨਣ ਦੀ ਯੋਗਤਾ ਰੱਖਦਾ ਹੈ। ਜਿੰਨੇ ਵੀ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਖੜੇ ਹੋਏ ਸੀ ਉਹਨਾਂ ਚੋਂ ਕੋਈ ਇੱਕ ਵਿਅਕਤੀ ਵੀ ਐਸਾ ਦੱਸੋ ਜਿਹੜਾ ਪਾਰਲੀਮੈਂਟ ਦੇ ਵਿੱਚ ਉਂਗਲੀ ਖੜੀ ਕਰਕੇ ਉਹ ਮੁੱਦੇ ਉਠਾ ਸਕਦਾ ਹੋਵੇ ਜਿਹੜੇ ਪੰਜਾਬ ਦੇ ਨਾਲ ਇਤਿਹਾਸਕ ਤੌਰ ਤੇ ਅਨਿਆਂ ਨਾਲ ਜੁੜੇ ਹੋਏ ਹੈ। ਜੇ ਕੋਈ ਐਸਾ ਵਿਅਕਤੀ ਸੀ ਤਾਂ ਉਹ ਕੱਲਾ ਸਿਮਰਨਜੀਤ ਸਿੰਘ ਮਾਨ ਹੀ ਸੀ। ਜਾਂ ਜਿਹੜੇ ਪਹਿਲਾਂ ਸਾਡੇ 5 ਵਿਅਕਤੀ ਹੈ ਜਿਹੜੇ ਰਾਜ ਸਭਾ ਦੇ ਵਿੱਚ ਭੇਜੇ ਹੋਏ ਹੈ, ਕੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਉਹਨਾਂ ਚੋਂ ਕੋਈ ਵਿਅਕਤੀ ਉਹਨਾਂ ਸਾਰੇ ਮੁੱਦਿਆਂ ਨੂੰ ਉਠਾਉਣ ਦੇ ਕਾਬਿਲ ਹੈ? ਭਾਵੇਂ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਨਹੀਂ ਚੁਣਿਆ ਸੀ ਜਿਸ ਦੇ ਨਾਲ ਉਹਨਾਂ ਦਾ ਅੱਜ ਨਾਂ ਜੋੜਿਆ ਜਾ ਰਿਹਾ ਜਾਂ ਉਸ ਗੱਲ ਨੂੰ ਬਹੁਤਾ ਉਛਾਲਿਆ ਜਾ ਰਿਹਾ। ਲੋਕਾਂ ਦੀ ਚੋਣ ਇਸ ਕਰਕੇ ਸੀ ਕਿ ਜ਼ਾਹਰਾ ਤੌਰ ਤੇ ਇੱਕ ਐਸਾ ਵਿਅਕਤੀ ਹੈ ਜਿਹੜਾ ਪੰਜਾਬ ਦੀ ਗੱਲ ਕਰ ਸਕਦਾ ਹੈ, ਆਪਣੀ ਗੱਲ ਨੂੰ ਠੋਸ ਤਰੀਕੇ ਨਾਲ ਰੱਖ ਸਕਦਾ ਹੈ, ਜਿਹਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਿਹੜਾ ਵਾਪਰ ਰਿਹਾ ਉਹਦੇ ਬਾਰੇ ਜਾਣਕਾਰੀ ਹੈ। ਭਾਵੇਂ ਗੱਲ 1 ਸਾਲ ਦੀ ਹੋਵੇ, ਭਾਵੇਂ 1.5 ਸਾਲ ਦੀ ਹੋਵੇ, ਗੱਲ ਕਹਿਣ ਦਾ ਮਾਦਾ ਚਾਹੀਦਾ। ਜੇ ਕੋਈ 5 ਸਾਲ ਜਾਂ 10 ਸਾਲ ਵੀ ਪਾਰਲੀਮੈਂਟ ਦੇ ਵਿੱਚ ਬੈਠ ਕੇ ਆ ਜੇ ਉਹਦਾ ਕੋਈ ਫਾਇਦਾ ਨਹੀਂ। ਜਿਹੜਾ ਵਿਅਕਤੀ 2-4 ਭਾਸ਼ਣ ਵੀ ਚੰਗੇ ਕਰਕੇ ਆਉਂਦਾ ਉਹਨਾਂ ਦੀਆਂ ਸਪੀਚਾਂ ਲੋਕਾਂ ਦੇ ਵਿੱਚ ਜਾਂਦੀਆਂ, ਵਾਰ-ਵਾਰ ਸੁਣੀਆਂ ਜਾਂਦੀਆਂ। ਉਹਨਾਂ ਸਪੀਚਾਂ ਦੇ ਕਾਰਨ ਹੀ ਅੱਜ ਭਗਵੰਤ ਮਾਨ ਨੂੰ ਬਲ ਮਿਲਿਆ ਤੇ ਲੋਕਾਂ ਨੇ ਇਹ ਉਮੀਦ ਲਾਈ ਸੀ, ਅੱਜ ਵੀ ਉਹਨਾਂ ਨੂੰ ਉਮੀਦ ਹੈ ਕਿ ਜਦੋਂ ਸਿਮਰਨਜੀਤ ਸਿੰਘ ਮਾਨ ਬੋਲਣਗੇ ਉਹ ਪੰਜਾਬ ਦੀ ਗੱਲ ਕਰ ਸਕਦੇ ਹੈ। ਉਹ ਕਿੰਨੀ ਕਰਦੇ ਹੈ, ਕਿਸ ਰੂਪ ਦੇ ਵਿੱਚ ਕਰਦੇ ਹੈ, ਇਹ ਵੱਖਰੀ ਗੱਲ ਹੈ। ਪਰ ਐਸੀ ਗੱਲ ਨਹੀਂ ਹੈ ਕਿ ਉਹਨਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਸਮਝ ਨਹੀਂ ਹੈ ਜਾਂ ਲੋਕਾਂ ਨੇ ਉਹਨਾਂ ਨੂੰ ਗਲਤੀ ਨਾਲ ਚੁਣਿਆ। ਲੋਕਾਂ ਨੇ ਬਿਲਕੁਲ ਸੁਚੇਤ ਹੋ ਕੇ ਆਪਣੇ ਪ੍ਰਤੀਨਿਧ ਤੌਰ ਤੇ, ਆਪਣੀ ਵੰਗਾਰ ਦੇ ਤੌਰ ਤੇ, ਆਪਣੀ ਆਵਾਜ਼ ਨੂੰ ਕੇਂਦਰ ਤੱਕ ਪਹੁੰਚਾਉਣ ਲਈ ਆਪਣੇ ਨੁਮਾਇੰਦੇ ਦੇ ਤੌਰ ਤੇ ਸਿਮਰਨਜੀਤ ਸਿੰਘ ਮਾਨ ਦੀ ਚੋਣ ਕੀਤੀ ਹੈ। ਹੁਣ ਆਉਣ ਵਾਲਾ ਸਮਾਂ ਦੱਸੂਗਾ ਜਿਹੜਾ ਸਿਮਰਨਜੀਤ ਸਿੰਘ ਮਾਨ ਹੈ ਉਹ ਲੋਕਾਂ ਦੀ ਆਵਾਜ਼ ਤੇ ਕਿੰਨੇ ਖਰੇ ਉਤਰਦੇ ਆ, ਉਹ ਲੋਕਾਂ ਦੀ ਆਵਾਜ਼ ਨੂੰ ਕਿੱਥੋਂ ਤੱਕ ਲੈ ਕੇ ਜਾਂਦੇ ਆ। ਕਿਉਂਕਿ ਪੰਜਾਬ ਦੇ ਲੋਕਾਂ ਦੀਆਂ ਬਹੁਤ ਉਮੀਦਾਂ। ਪਹਿਲੀ ਉਹਨਾਂ ਦੀ ਨਾ ਉਮੀਦੀ ਇਹ ਸੀ ਕਿ ਜਿਸ ਕਿਸਮ ਦੇ ਵਿਅਕਤੀ ਚੁਣੇ ਗਏ ਉਹ ਕੋਈ ਵਪਾਰੀ ਸੀ, ਕੋਈ ਕਿਸੇ ਕਿਸਮ ਦਾ ਸੀ, ਕੋਈ ਕਿਸੇ ਕਿਸਮ ਦਾ ਸੀ। ਉਹਨਾਂ ਤੋਂ ਘੱਟੋ ਘੱਟ ਪੰਜਾਬ ਦੇ ਉਹ ਮੁੱਦਿਆਂ ਦੀ ਜਿਨ੍ਹਾਂ ਨਾਲ ਪੰਜਾਬ ਜੁੜਿਆ ਹੋਇਆ ਲੰਬੇ ਸਮੇਂ ਤੋਂ ਇਤਿਹਾਸਕ ਤੌਰ ਤੇ ਜੂਝਦਾ ਆ ਰਿਹਾ, ਘੱਟੋ ਘੱਟ ਉਹਨਾਂ ਤੋਂ ਉਹਨਾਂ ਨੂੰ ਉਠਾਉਣ ਦੀ ਕੋਈ ਉਮੀਦ ਨਹੀਂ ਸੀ। ਇਸ ਕਰਕੇ ਮੈਂ ਇਹ ਸਮਝਦਾ ਕਿ ਪੰਜਾਬ ਦੇ ਲੋਕਾਂ ਦਾ ਚੇਤੰਨ ਫੈਸਲਾ ਸੀ ਤੇ ਜੋ ਆਪਣੇ ਆਪ ਦੇ ਵਿੱਚ ਠੀਕ ਸੀ। ਸੁਖਵਿੰਦਰ ਜੀ, ਸੰਧੂ ਸਾਹਿਬ ਇੱਕ ਹੋਰ ਗੱਲ ਹੈ ਕਿ ਜਦੋਂ ਹੁਣ ਚਲੋ ਸਿਮਰਨਜੀਤ ਸਿੰਘ ਮਾਨ ਜਾਂ ਦਿੱਲੀ ਦੇ ਵਿੱਚ ਕੋਈ ਵੀ ਪੰਜਾਬ ਦਾ ਆਗੂ ਉੱਥੇ ਜਾ ਕੇ ਸੰਸਦ ਦੇ ਵਿੱਚ ਕੋਈ ਵੀ ਸ਼ਬਦ ਆਪਣੇ ਮੂੰਹ ਚੋਂ ਕੱਢਦਾ ਜਾਂ ਉਹ ਬਿਆਨਬਾਜ਼ੀ ਕੋਈ ਕਰਦਾ ਹੈ ਤਾਂ ਉਹਨੂੰ ਲੈ ਕੇ ਪੂਰਾ ਪੰਜਾਬ, ਕਹਿ ਲਓ ਕਿ ਹਰ ਪੰਜਾਬੀ ਜਿਹੜਾ
ਉਹਦਾ ਜ਼ਿੰਮੇਵਾਰ ਹੁੰਦਾ ਇੱਕ ਤਰੀਕੇ ਦਾ ਕਿ ਇਹ ਬੰਦਾ ਕੀ ਕਹਿ ਰਿਹਾ, ਜਵਾਬਦੇਹੀ ਬਣ ਜਾਂਦੀ ਹੈ ਪੰਜਾਬੀਆਂ ਦੀ ਕਿ ਇਹ ਸਾਰਾ ਕੁਝ ਕਿਤੇ ਪੰਜਾਬ ਤੇ ਤਾਂ ਨਹੀਂ ਥੋਪਿਆ ਜਾ ਰਿਹਾ। ਜੇ ਮੰਨ ਲਓ ਕੱਲ ਨੂੰ, ਮੈਂ ਆਪਣੇ ਸਵਾਲ ਨੂੰ ਥੋੜਾ ਜਿਹਾ ਫੇਰ ਦੁਹਰਾ ਰਿਹਾ, ਕਿ ਖਾਲਿਸਤਾਨ ਦੀ ਗੱਲ ਕੋਈ ਉੱਠਦੀ ਹੈ ਤਾਂ ਕੱਲੇ ਕੱਲੇ ਪੰਜਾਬੀ ਦੇ ਉੱਤੇ ਆ ਕੇ ਸਵਾਲ ਉੱਠਣਾ। ਸ਼ਹੀਦ ਭਗਤ ਸਿੰਘ ਦੀ ਗੱਲ ਜਦੋਂ ਚੱਲੀ ਆ ਤਾਂ ਇਹ ਪੰਜਾਬੀਆਂ ਦੇ ਉੱਤੇ ਸਿੱਧਾ ਆ ਕੇ ਮਤਲਬ ਕਿ ਵੱਖਵਾਦੀ ਉਹਨਾਂ ਨੂੰ ਗਰਦਾਨਣ ਦੀ ਕੋਸ਼ਿਸ਼ ਹੋਏਗੀ ਕਿ ਇਹ ਜੀ ਸ਼ਾਇਦ ਖਾਲਿਸਤਾਨ ਮੰਗਦੇ ਨੇ, ਇਹ ਭਗਤ ਸਿੰਘ ਨੂੰ ਸ਼ਹੀਦ ਨਹੀਂ ਮੰਗਦੇ ਜਿਹੜਾ ਮੁਲਕ ਦਾ ਨਾਇਕ ਹੈ। ਮੇਰਾ ਖਿਆਲ ਹੈ ਵੀ ਮੈਂ ਪਹਿਲਾਂ ਵੀ ਗੱਲ ਆਪਣੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿਮਰਜੀਤ ਸਿੰਘ ਮਾਨ ਨੇ ਨਾ ਤਾਂ ਵੋਟਾਂ ਇਸ ਮੁੱਦੇ ਤੇ ਲਈਆਂ, ਨਾ ਹੀ ਲੋਕਾਂ ਨੇ ਵੋਟਾਂ ਇਸ ਮੁੱਦੇ ਤੇ ਪਾਈਆਂ। ਬੁਨਿਆਦੀ ਤੌਰ ਤੇ ਮੁੱਦਾ ਇਹ ਹੈ ਕਿ ਇਹਨਾਂ ਨੂੰ ਇਤਿਹਾਸਕ ਤੌਰ ਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਉੱਥੇ ਰੱਖਣ ਵਾਸਤੇ ਚੁਣਿਆ ਗਿਆ ਤੇ ਮੈਨੂੰ ਉਮੀਦ ਲੱਗਦੀ ਹੈ ਕਿ ਜਿਹੜੇ ਮੁੱਦੇ ਉੱਥੇ ਰੱਖਣ ਵਾਲੇ ਸੀ ਉਹਨਾਂ ਬਾਰੇ ਜਿਹੜੇ ਬਾਕੀ ਦੇ ਕੈਂਡੀਡੇਟ ਸੀ ਉਹਨਾਂ ਨਾਲੋਂ ਸਿਮਰਨਜੀਤ ਸਿੰਘ ਮਾਨ ਇਹਨਾਂ ਸਾਰੇ ਮੁੱਦਿਆਂ ਬਾਰੇ ਬਾਖੂਬੀ ਜਾਣੂ ਹੈ। ਇਸ ਕਰਕੇ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬ ਦੇ ਦਰਿਆਵਾਂ ਦੀ ਗੱਲ, ਪੰਜਾਬ ਦੀ ਭਾਸ਼ਾ ਦੀ ਕੀਤੀ ਜਾਊਗੀ, ਪੰਜਾਬ ਦੇ ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਜਾਊਗੀ ਤਾਂ ਉੱਥੇ ਠੋਸ ਗੱਲ ਹੈ ਜਿਹੜੀ ਉਹ ਇਸ ਰੂਪ ਦੇ ਵਿੱਚ ਹੀ ਕਰਨੀ ਬਣਦੀ ਹੈ। ਨਹੀਂ ਤਾਂ ਪੰਜਾਬ ਦੀਆਂ ਮੰਗਾਂ ਨੂੰ ਡੈਵੀਏਟ ਕਰਨ ਵਾਸਤੇ ਬਹੁਤ ਸਾਰੇ ਮਸਲੇ ਹੁੰਦੇ ਹੈ। ਬਾਕੀ ਜਿੱਥੋਂ ਤੱਕ ਤੁਹਾਡੀ ਗੱਲ ਹੈ ਕਿ ਕੀ ਪੰਜਾਬ ਦੇ ਲੋਕਾਂ ਨੂੰ ਇਸ ਕਿਸਮ ਦੀ ਕੋਈ ਗੱਲ ਦਾ ਖਮਿਆਜਾ ਭੁਗਤਣਾ ਪਊਗਾ, ਇਹ ਕਰਨਾ ਪਊਗਾ ਜਾਂ ਨਹੀਂ, ਇਹਦਾ ਤਾਂ ਖਮਿਆਜਾ ਪੰਜਾਬ ਪਹਿਲਾਂ ਹੀ ਭੁਗਤ ਰਿਹਾ ਹੈ। ਪੰਜਾਬ ਹੈ ਜਿਹੜਾ 52% ਤੱਕ ਉਹਦਾ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਤੇ ਚੜਿਆ ਹੋਇਆ ਹੈ, ਉਹ ਕਰਜ਼ੇ ਦੀ ਕਿਸੇ ਵੀ ਸਾਡੇ MP ਨੇ ਜਾ ਕੇ ਕਿੰਨੀ ਕੁ ਗੱਲ ਕੀਤੀ ਹੈ। ਇੰਦਰ ਕੁਮਾਰ ਗੁਜਰਾਲ ਵੇਲੇ ਗੱਲ ਚੱਲੀ ਕਿ ਜਿਹੜਾ ਪੰਜਾਬ ਦੇ ਸੰਕਟ ਸਮੇਂ ਦਾ ਚੜਿਆ ਹੋਇਆ ਕਰਜ਼ਾ ਸੀ, ਕੇਂਦਰੀ ਏਜੰਸੀਆਂ ਦੇ ਪੰਜਾਬ ਦੇ ਵਿੱਚ ਆਉਣ ਕਾਰਨ ਘੱਟੋ ਘੱਟ ਉਹਨਾਂ ਤੋਂ ਦਿੱਲੀ ਸਰਕਾਰ ਨੂੰ ਪੰਜਾਬ ਨੂੰ ਜ਼ਰੂਰ ਰਾਹਤ ਦੇਣੀ ਬਣਦੀ ਸੀ, ਤਾਂ ਉਹ ਰਾਹਤ ਨਹੀਂ ਦਿੱਤੀ ਗਈ। ਇਸ ਕਰਕੇ ਪੰਜਾਬ ਨੂੰ ਬਦਨਾਮ ਸਿਮਰਨਜੀਤ ਸਿੰਘ ਮਾਨ ਹੋਣਾ ਕਰਕੇ ਨਹੀਂ ਕੀਤਾ ਜਾਣਾ। ਪੰਜਾਬ ਨੂੰ ਬਦਨਾਮ ਕਰਨ ਦੇ ਹੋਰ ਬਹੁਤ ਸਾਰੇ ਸਾਧਨ ਹੈ। ਪੰਜਾਬ ਬਾਰੇ ਇਹ ਕਿਹਾ ਗਿਆ ਕਿ ਪੰਜਾਬ ਨਸ਼ੇ ਦਾ ਘਰ ਹੈ, ਪੰਜਾਬ ਦੇ ਬਾਰਡਰ ਤੋਂ ਨਸ਼ਾ ਆ ਰਿਹਾ ਹੈ ਤੇ ਨਸ਼ਾ ਕਿੱਥੋਂ ਫੜਿਆ ਜਾ ਰਿਹਾ ਹੈ? ਗੁਜਰਾਤ ਦੀ ਬੰਦਰਗਾਹ ਤੋਂ। ਗੁਜਰਾਤ ਦੀ ਬੰਦਰਗਾਹ ਤਾਂ ਸੀਲ ਕੀਤੀ ਨਹੀਂ ਕਿਉਂਕਿ ਉਹ ਇੱਕ ਵਿਸ਼ੇਸ਼ ਵੱਡੇ ਵਪਾਰੀ ਦੇ ਨਾਲ ਜੁੜੀ ਹੋਈ ਹੈ ਜਿਹਦਾ ਕੇਂਦਰ ਦੇ ਵਿੱਚ ਬਹੁਤ ਵੱਡਾ ਹੱਥ ਹੈ, ਕੇਂਦਰ ਦੀ ਸਰਕਾਰ ਦੇ ਨਾਲ ਉਹਦੀ ਭਾਈਵਾਲੀ ਹੈ। ਇਸ ਕਰਕੇ ਗੱਲ ਇਹ ਹੈ ਕਿ ਜਦੋਂ ਕਿਸੇ ਰਾਜ ਨੂੰ ਬਦਨਾਮ ਕਰਨਾ ਹੁੰਦਾ ਹੈ ਤਾਂ ਉਹਦੇ ਲਈ ਬਹੁਤ ਸਾਰੇ ਹੋਰ ਢੰਗ ਵਸੀਲੇ ਲੱਭ ਲਏ ਜਾਂਦੇ ਹੈ। ਮੈਨੂੰ ਲੱਗਦਾ ਨਹੀਂ ਕਿ ਇਸ ਮੁੱਦੇ ਤੇ ਲੋਕਾਂ ਨੇ ਵੋਟਾਂ ਪਾਈਆਂ ਤੇ ਨਾ ਹੀ ਇਸ ਕਿਸਮ ਦਾ ਮੁੱਦਾ ਉੱਥੇ ਬਣੂਗਾ। ਬਾਕੀ ਅਸੀਂ ਕਿਆਸ ਰਾਈ ਕੁਝ ਨਹੀਂ ਕਰ ਸਕਦੇ। ਅਸੀਂ ਬਿਲਕੁਲ ਨਹੀਂ ਕਹਿ ਸਕਦੇ ਕਿ ਕੱਲ ਨੂੰ ਕੀ ਹੋਣਾ ਹੈ। ਜਿਹੜੀ ਅੱਜ ਚਰਚਾ ਅਸੀਂ ਕਰ ਰਹੇ ਹਾਂ, ਅੱਜ ਤੋਂ ਇੱਕ ਹਫ਼ਤਾ ਪਹਿਲਾਂ ਇਸ ਚਰਚਾ ਬਾਰੇ ਕੁਝ ਵੀ ਪਤਾ ਨਹੀਂ ਸੀਗਾ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹਫ਼ਤਾ ਬਾਅਦ, 10 ਦਿਨਾਂ ਬਾਅਦ ਮਾਨ ਸਾਹਿਬ ਕੀ ਬਿਆਨ ਦਿੰਦੇ ਹੈ, ਕਿਸ ਕਿਸਮ ਦੀ ਸੇਧ ਦਿੰਦੇ ਹੈ, ਜੇ ਉਹ ਪੰਜਾਬ ਦੇ ਮੁੱਦਿਆਂ ਨੂੰ ਚੁੱਕਣਗੇ, ਪੰਜਾਬ ਦੀ ਕਿਸਾਨੀ, ਜਵਾਨੀ ਤੇ ਪਾਣੀ ਦੀ ਗੱਲ ਕਰਨਗੇ, ਤੁਸੀਂ ਆਹੀ ਚੈਨਲ ਦੇਖ ਲਿਓ, ਮਾਨ ਦੀ ਆਸ਼ਸ਼ ਵੀ ਕਰਨ ਉੱਠਣਗੇ। ਜਿਹੜਾ ਉਹਨਾਂ ਦਾ ਇਹ ਬਿਆਨ ਹੈ ਪੰਜਾਬ ਨੇ ਸਵੀਕਾਰ ਨਹੀਂ ਕੀਤਾ, ਇਸ ਕਰਕੇ ਪੰਜਾਬ ਦੇ ਲੋਕਾਂ ਨੇ ਉਸ ਦਾ ਵਿਰੋਧ ਕੀਤਾ। ਇਸ ਲਈ ਜਦੋਂ ਵੀ ਕੋਈ ਨੇਤਾ ਆਪਣੀ ਗੱਲ ਕਰਦਾ ਹੈ, ਆਮ ਵਿਅਕਤੀ ਦੁਆਰਾ ਕੀਤੀ ਹੋਈ ਗੱਲ ਨਾਲੋਂ ਉਹਦਾ ਪਬਲਿਕ ਦੇ ਵਿੱਚ ਪ੍ਰਭਾਵ ਵੱਖਰੀ ਕਿਸਮ ਦਾ ਜਾਂਦਾ ਹੈ, ਕਿਉਂਕਿ ਨੇਤਾ ਦਾ ਕੰਮ ਹੀ ਇਹ ਹੁੰਦਾ ਹੈ ਕਿ ਉਹ ਲੋਕਾਂ ਦੀ ਪ੍ਰਤੀਨਿਧਤਾ ਕਰਦਾ ਹੈ। 12-15 ਲੱਖ ਲੋਕਾਂ ਦੀ ਲੋਕ ਸਭਾ ਦੇ ਵਿੱਚ ਪ੍ਰਤੀਨਿਧਤਾ ਕਰਦਾ ਹੈ। ਉਹ ਆਪਣੀ ਪ੍ਰਤੀਨਿਧਤਾ ਜਾਂ ਉਹਨਾਂ ਲੋਕਾਂ ਦੇ ਅਧਿਕਾਰ ਦੀ ਵਰਤੋਂ ਕਰਕੇ ਜਦੋਂ ਕੋਈ ਗੱਲ ਕਰਦਾ ਹੈ ਤਾਂ ਉਹ ਇੱਕ ਕਿਸਮ ਨਾਲ ਰਾਜ ਨੂੰ ਪ੍ਰਤੀਨਿਧਤਾ ਦੇ ਰਿਹਾ ਹੁੰਦਾ ਆਪਣੇ ਨੂੰ। ਮੈਨੂੰ ਉਮੀਦ ਹੈ, ਬਾਕੀ ਆਉਣ ਵਾਲਾ ਸਮਾਂ ਦੱਸੂਗਾ। ਅਸੀਂ ਕੋਈ ਭਵਿੱਖਬਾਣੀ ਬਿਲਕੁਲ ਵੀ ਨਹੀਂ ਕਰ ਸਕਦੇ ਕਿ ਉਹਨਾਂ ਨੇ ਜਾ ਕੇ ਕੀ ਬੋਲਣਾ ਹੈ। ਜੋ ਉਹ ਬੋਲਣਗੇ ਆਪਾਂ ਉਸ ਤੇ ਫਿਰ ਚਰਚਾ ਕਰਾਂਗੇ, ਉਸ ਦੀ ਫਿਰ ਵਿਆਖਿਆ ਕਰ ਲਾਂਗੇ। ਸੁਖਵਿੰਦਰ, ਮੇਰਾ ਆਖਰੀ ਸਵਾਲ ਹੈ ਕਿ ਦੇਖੋ, ਇੱਕ ਪਾਸੇ ਤਾਂ ਉਹ ਸੰਸਦ ਮੈਂਬਰ ਨੇ, ਉਹਨਾਂ ਨੇ ਜਾ ਕੇ ਉੱਥੇ ਦਿੱਲੀ ਦੀ ਸੰਸਦ ਦੇ ਵਿੱਚ, ਲੋਕ ਸਭਾ ਦੇ ਵਿੱਚ ਆਵਾਜ਼ ਚੁੱਕਣੀ ਹੈ। ਦੂਜੇ ਪਾਸੇ ਉਹਨਾਂ ਨੂੰ ਇੱਕ ਵਿਰੋਧੀ ਧਿਰ ਵਜੋਂ ਵੀ ਦੇਖਿਆ ਜਾਂਦਾ। ਕੋਈ ਵੀ ਸੰਸਦ ਮੈਂਬਰ, ਜੇ ਹੁਣ ਸੂਬੇ ਦੇ ਵਿੱਚ ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਹੈ, ਉਹ ਸਿਮਰਨਜੀਤ ਸਿੰਘ ਮਾਨ ਤੇ ਹਮਲਾਵਰ ਹੈ। ਕੇਂਦਰ ਦੇ ਨਾਲ ਵੀ ਲਾ ਲਓ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਲੱਗਦੀ ਨਹੀਂ। ਪਰ ਜਦੋਂ ਇੱਕ ਸੰਸਦ ਮੈਂਬਰ ਨੇ ਸੂਬੇ ਦੀ ਆਵਾਜ਼ ਚੁੱਕਣੀ ਹੈ, ਕੀ ਸਿਆਸਤ ਤੋਂ ਉੱਪਰ ਉੱਠ ਕੇ ਸਾਰੀਆਂ ਧਿਰਾਂ ਨੂੰ ਨਾਲ ਸਾਥ ਨਹੀਂ ਦੇਣਾ ਚਾਹੀਦਾ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਉਭਾਰਨ ਤੇ ਉਹਨਾਂ ਦਾ ਹੱਲ ਵੀ ਕਢਾਉਣ? ਕੇਂਦਰ ਦੇ ਵਿਚਾਲੇ ਤੇ ਪੰਜਾਬ ਦੇ ਵਿਚਾਲੇ, ਸਰਕਾਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਨ। ਜਿਹੜੀਆਂ ਸਮੱਸਿਆਵਾਂ ਦਾ ਹੱਲ ਹੁਣ ਤੱਕ ਨਹੀਂ ਹੋਇਆ, ਉਹਨਾਂ ਨੂੰ ਉੱਥੇ ਉਭਾਰਨ ਦੀ ਕੋਸ਼ਿਸ਼ ਕਰਨ ਘੱਟੋ ਘੱਟ, ਤੇ ਇਹਨਾਂ ਨੂੰ ਸਾਥ ਵੀ ਦੇਣਾ ਚਾਹੀਦਾ ਫਿਰ ਸੂਬੇ ਦੀਆਂ ਸਰਕਾਰਾਂ ਨੂੰ। ਦੇਖੋ ਗੱਲ ਇਹ ਹੈ ਕਿ ਜਦੋਂ ਸਿਮਰਜੀਤ ਸਿੰਘ ਮਾਨ ਦੀ ਚੋਣ ਹੋਈ ਤਾਂ ਕੀ ਉਹ ਸਰਬਸੰਮਤੀ ਨਾਲ ਚੁਣੇ ਗਏ? ਕੀ ਉਦੋਂ ਸਾਰੀਆਂ ਉਹ ਧਿਰਾਂ ਜਿਹੜੀਆਂ ਪੰਜਾਬ ਦਾ ਭਲਾ ਚਾਹੁੰਦੀਆਂ ਸੀ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਦਾ ਕੈਂਡੀਡੇਚਰ ਬੈਠ ਕੇ
ਇਸ ਤਰੀਕੇ ਨਾਲ ਲਿਆ ਕਿ ਇਹ ਸਾਡਾ ਸਾਂਝਾ ਕੈਂਡੀਡੇਟ ਹੈ। ਜੇ ਉਹਨਾਂ ਨੇ ਇੱਕ ਵੱਖਰੀ ਧਿਰ ਦੇ ਤੌਰ ਤੇ ਅਲੱਗ ਕਰਕੇ ਉਹਨਾਂ ਨੂੰ ਲੜਨ ਵਾਸਤੇ ਲੋਕਾਂ ਦੇ ਸਾਹਮਣੇ ਰੱਖਿਆ, ਲੋਕਾਂ ਨੇ ਕੁਛ ਨਾ ਕੁਛ ਸੋਚ ਕੇ ਉਹਨਾਂ ਨੂੰ ਜਿਤਾਇਆ, ਤਾਂ ਇਹ ਤਾਂ ਆਪਾਂ ਇਹ ਮੰਨਦੇ ਹਾਂ ਕਿ ਰਾਜਨੀਤਿਕ ਤੌਰ ਤੇ ਜਿਹੜੇ ਰਾਜਨੀਤਿਕ ਵਿਅਕਤੀ ਹੁੰਦੇ ਹੈ, ਉਹਨਾਂ ਦੀ ਇੱਕ ਪਾਰਟੀ ਲਾਈਨ ਹੁੰਦੀ ਹੈ, ਉਹਨਾਂ ਦੀ ਇੱਕ ਵਿਚਾਰਧਾਰਾ ਹੁੰਦੀ ਹੈ, ਉਹਦੇ ਮੁਤਾਬਕ ਉਹ ਗੱਲ ਕਰਦੇ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜਾ ਵੀ ਪੰਜਾਬ ਤੋਂ ਬੰਦਾ ਜਦੋਂ ਦਿੱਲੀ ਪਹੁੰਚ ਜਾਂਦਾ ਹੈ, ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹੈ, ਤਾਂ ਦਿੱਲੀ ਦੇ ਵਿੱਚ ਜਾ ਕੇ ਉਹ ਆਪਣੇ ਰਾਜ ਦੀ ਪ੍ਰਤੀਨਿਧਤਾ ਕਰ ਰਿਹਾ ਹੁੰਦਾ ਹੈ। ਇਸ ਕਰਕੇ ਭਾਵੇਂ ਉਹ ਅਕਾਲੀ ਦਲ ਹੋਵੇ, ਅਕਾਲੀ ਦਲ ਅੰਮ੍ਰਿਤਸਰ ਹੋਵੇ, ਕਾਂਗਰਸ ਪਾਰਟੀ ਹੋਵੇ, ਆਮ ਆਦਮੀ ਪਾਰਟੀ ਹੋਵੇ, ਜਦੋਂ ਉਹ ਦਿੱਲੀ ਦੀ ਪਾਰਲੀਮੈਂਟ ਦੇ ਵਿੱਚ ਗੱਲ ਕਰੂਗੀ ਤਾਂ ਉਹ ਪੰਜਾਬ ਦੇ ਹੱਕ ਦੀ ਗੱਲ ਹੀ ਕਰੂਗੀ। ਉੱਥੇ ਜਾ ਕੇ ਪੰਜਾਬ ਦਾ ਪ੍ਰਤੀਨਿਧ ਇਹ ਨਹੀਂ ਕਹਿ ਸਕਦਾ ਕਿ ਮੈਂ ਪੰਜਾਬ ਦੇ ਹੱਕਾਂ ਦੇ ਵਿਰੋਧ 'ਚ ਖੜਾ ਹਾਂ, ਕਿਉਂਕਿ ਉਹਨੂੰ ਪੰਜਾਬ ਵੱਲੋਂ ਪੰਜਾਬ ਦੀ ਪ੍ਰਤੀਨਿਧਤਾ ਕਰਨ ਲਈ ਭੇਜਿਆ ਜਾਂਦਾ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਬਾਕੀ ਪਾਰਟੀਆਂ ਕਿੰਨਾ ਕੁ ਸਾਥ ਦੇਣਗੀਆਂ ਜਾਂ ਨਹੀਂ ਦੇਣਗੀਆਂ, ਇਹ ਇੱਕ ਅਲੱਗ ਗੱਲ ਹੈ, ਕਿਉਂਕਿ ਰਾਜਨੀਤਿਕ ਪਾਰਟੀਆਂ ਦੇਰ ਸਵੇਰ ਪੈਂਤੜੇ ਬਦਲਦੀਆਂ ਰਹਿੰਦੀਆਂ। ਉਹਨਾਂ ਬਾਰੇ ਤੁਸੀਂ ਬਿਲਕੁਲ ਵੀ ਇਹ ਨਹੀਂ ਕਹਿ ਸਕਦੇ ਕਿ ਇਹ ਰਾਜਨੀਤਿਕ ਪਾਰਟੀ 2 ਮਹੀਨੇ ਪਹਿਲਾਂ ਇਹ ਸੋਚਦੀ ਸੀ ਤੇ ਅੱਜ ਇਹ ਸੋਚਦੀ ਹੈ। ਤੁਹਾਨੂੰ ਇੱਕ ਦੋ ਇਨਸੀਡੈਂਟ ਦੱਸ ਦਿੰਨਾ ਹੈ। ਜਿਹੜਾ ਮਹਾਰਾਸ਼ਟਰ ਦੇ ਵਿੱਚ ਜਿਹੜੀ ਸ਼ਿਵ ਸੈਨਾ ਹੈ, ਉਹਦੇ ਨਾਲ ਬੀਜੇਪੀ ਦਾ 36 ਦਾ ਅੰਕੜਾ ਹੈ, ਪਰ ਜਿਹੜਾ ਹੁਣ ਬੀਜੇਪੀ ਦੇ ਅਲਾਇੰਸ ਦਾ ਰਾਸ਼ਟਰਪਤੀ ਦਾ ਕੈਂਡੀਡੇਟ ਹੈ, ਇਸ ਨੂੰ ਮਹਾਰਾਸ਼ਟਰ ਦੀ ਜਿਹੜੀ ਸ਼ਿਵ ਸੈਨਾ ਉਹ ਸਪੋਰਟ ਕਰ ਰਹੀ ਹੈ। ਇਸੇ ਤਰੀਕੇ ਨਾਲ ਹੀ ਜਦੋਂ ਨੱਡਾ ਸਾਹਿਬ ਦਾ ਫੋਨ ਅਕਾਲੀ ਦਲ ਦੇ ਪ੍ਰਧਾਨ ਨੂੰ ਆਉਂਦਾ ਹੈ ਕਿ ਤੁਸੀਂ ਰਾਸ਼ਟਰਪਤੀ ਦੇ ਉਮੀਦਵਾਰ ਦੀ ਸਪੋਰਟ ਕਰੋ, ਤਾਂ ਉਹ ਵੀ ਉਸ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੈ, ਜੋ ਪਹਿਲਾਂ ਕਹਿੰਦੇ ਸੀ ਕਿ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ। ਇਸ ਕਰਕੇ ਕਦੋਂ ਕਿਸ ਸਮੇਂ ਕਿਹੜੀ ਰਾਜਨੀਤਿਕ ਪਾਰਟੀ ਨੇ ਕਿਹੜਾ ਸਟੈਂਡ ਲੈਣਾ, ਇਹ ਉਹਨਾਂ ਨੇ ਆਪਣੀ ਸਹੂਲੀਅਤ ਦੇਖਣੀ ਹੁੰਦੀ ਹੈ। ਜੇ ਰਾਜਨੀਤਿਕ ਪਾਰਟੀਆਂ ਰਾਜਾਂ ਬਾਰੇ, ਸੂਬੇ ਬਾਰੇ ਇੰਨੇ ਚੰਗੇ ਨਾਲ ਤਰੀਕੇ ਨਾਲ ਸੋਚਦੀਆਂ ਹੁੰਦੀਆਂ ਤਾਂ ਸਾਡੀ ਜਿਹੜੀ ਰਾਜ ਦੀ ਅੱਜ ਹਾਲਤ ਇਹ ਨਹੀਂ ਹੋਣੀ ਸੀ। ਅਸੀਂ ਪਹਿਲੇ ਦਰਜੇ ਤੋਂ ਖਿਸਕਦੇ ਹੋਏ ਥੱਲੇ ਵਾਲੇ ਪਾਏਦਾਨ ਤੇ ਨਹੀਂ ਆਉਣਾ ਸੀ। ਕਰਜ਼ੇ ਦਾ ਬੋਝ ਸਾਡੇ ਹਰ ਇੱਕ ਵਿਅਕਤੀ ਦੇ ਸਿਰ ਦੇ ਉੱਪਰ ਲੱਖ ਲੱਖ ਰੁਪਈਆ ਨਹੀਂ ਚੜ੍ਹਨਾ ਸੀ। ਪੰਜਾਬ ਦਾ ਉਜਾੜਾ ਹੋ ਕੇ ਪੰਜਾਬ ਦੇ ਲੋਕਾਂ ਨੇ ਬਾਹਰ ਨੂੰ ਵਹੀਰਾਂ ਨਹੀਂ ਕੱਤਣੀਆਂ ਸੀ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਲਈ ਜਿਹੜੇ ਲੋਕ ਹੈ, ਹੁਣ ਉਹ ਬਾਅਦ ਦੇ ਵਿੱਚ ਹੈ, ਰਾਜਨੀਤਿਕ ਪਾਰਟੀ ਪਹਿਲਾਂ ਹੈ, ਤੇ ਜਿਹੜਾ ਵਿਅਕਤੀ ਥੋੜੀ ਵੀ ਨਿਸ਼ਕਾਮ ਹੋ ਕੇ ਗੱਲ ਕਰਦਾ ਹੈ, ਉਸ ਦਾ ਨਾਂ ਵੱਡੇ ਪੱਧਰ ਤੇ ਲਿਆ ਜਾਂਦਾ ਹੈ। ਬਾਬਾ ਸੀਚੇਵਾਲ ਕਿਤੇ ਵੀ ਰਿਸ਼ਵਤ ਦੇ ਕੇ ਅੱਗੇ ਨਹੀਂ ਆਇਆ। ਲੋਕਾਂ ਨੇ ਉਸ ਦੀ ਚੋਣ ਜਦੋਂ ਰਾਜ ਸਭਾ ਦੇ ਵਿੱਚ ਹੋਈ, ਉਸ ਨੂੰ ਮਾਣ ਦਿੱਤਾ। ਇਸੇ ਤਰੀਕੇ ਨਾਲ ਖਾਲਸਾ ਏਡ ਵਾਲੇ ਰਵੀ ਸਿੰਘ, ਉਹਨਾਂ ਦਾ ਇੱਕ ਵੱਡਾ ਨਾਂ ਹੈ, ਨਿਸ਼ਕਾਮ ਸੇਵਾ ਕਰਕੇ ਨਾਂ ਹੈ। ਜਿਹੜਾ ਵਿਅਕਤੀ ਆਪਣੇ ਅਕੀਦੇ ਲਈ, ਆਮ ਜਨਤਾ ਲਈ, ਲੋਕ ਸੇਵਾ ਲਈ ਕੋਈ ਕੰਮ ਕਰਦਾ, ਉਹਦਾ ਜ਼ਰੂਰ ਨਾਂ ਬਣਦਾ ਹੈ। ਤੇ ਜਿਹੜੀ ਵੀ ਪਾਰਟੀ ਦਾ ਕੋਈ ਵੀ ਨੇਤਾ ਕੋਈ ਵੱਡੀ ਗੱਲ ਕਰਦਾ, ਉਹਦਾ ਵੀ ਨਾਂ ਬਣਦਾ ਹੈ। ਪਰ ਮੈਨੂੰ ਰਾਜਨੀਤਿਕ ਪਾਰਟੀਆਂ ਤੋਂ ਇਹ ਉਮੀਦ ਨਹੀਂ ਕਿ ਇਹ ਇਕੱਠੀਆਂ ਹੋ ਕੇ ਇੱਕ ਪਲੇਟਫਾਰਮ ਤੇ ਇੱਕੋ ਗੱਲ ਕਰਨਗੀਆਂ, ਕਿਉਂਕਿ ਇਹ ਇਹਨਾਂ ਦੇ ਰਾਜਨੀਤਿਕ ਹਿੱਤਾਂ ਨੂੰ ਸੂਟ ਨਹੀਂ ਕਰਦਾ। ਸੁਖਵਿੰਦਰ, ਸ਼ੁਕਰੀਆ ਸੰਧੂ ਸਾਹਿਬ, ਧੰਨਵਾਦ ਤੁਹਾਡਾ। ਧੰਨਵਾਦ ਜੀ। तो मेरे नाल मौजूद सर पंजाबी हेरिटेज ਦੇ ਸੰਪਾਦਕ ਡਾਕਟਰ ਸਤਨਾਮ ਸਿੰਘ ਸੰਧੂ। ਸ਼ਹੀਦ ਭਗਤ ਸਿੰਘ ਨੂੰ ਲੈ ਕੇ ਜਾਂ ਹੋਰ ਸ਼ਹੀਦਾਂ ਨੂੰ ਲੈ ਕੇ ਜੋ ਕੁਝ ਰੌਲਾ ਰੱਪਾ ਪਿਆ ਹੋਇਆ, ਉਹਦੇ ਉੱਤੇ ਅਸੀਂ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।